ओके ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਦਾ ਪ੍ਰਾਈਮ ਟਾਈਮ ਸ਼ੋਅ। ਮੈਂ ਚੰਡੀਗੜ੍ਹ ਆਪਣੇ ਟੋਰਾਂਟੋ ਸਟੂਡੀਓ ਤੋਂ ਹਰਜੀਤ ਗਿੱਲ ਤੇ ਮੇਰੇ ਨਾਲ ਜੁੜ ਗਏ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ। ਅਸੀਂ ਰਲ ਮਿਲ ਕੇ ਕਰਦੇ ਹਾਂ ਕੁਝ ਇੱਕ ਖਬਰਾਂ ਦੇ ਉੱਤੇ ਝਾਤ। ਸਭ ਤੋਂ ਪਹਿਲਾਂ ਤਾਂ ਦਸਾਂਝ ਸਾਹਿਬ, ਵੈਸੇ ਕਾਲੋਂ ਸਾਹਿਬ ਨਾਲ ਕਾਫੀ ਓਲੰਪਿਕ ਦੀਆਂ ਗੱਲਾਂ ਹੋਈਆਂ, ਸਾਰਾ ਫੇਰ ਸਪੋਰਟਸ ਤੇ ਕੀਤਾ। ਹਾਕੀ ਟੀਮ ਦੀ ਜਿੱਤ ਦੀ ਜਿਹੜੀ ਕਾਂਸੀ ਤਗਮਾ ਹੈ ਉਹਨੂੰ ਸੋਨੇ ਵਰਗਾ ਤਗਮਾ ਹੀ ਮੰਨਿਆ ਜਾ ਰਿਹਾ। ਭਾਰਤ ਵਿੱਚ 41 ਸਾਲਾਂ ਬਾਅਦ ਟੁੱਟਿਆ ਸੋਕਾ ਤੇ ਝੜੀ ਲੱਗ ਗਈ ਹੈ ਨਾਮਾਂ ਦੀ। ਕਿਧਰੇ ਸ਼੍ਰੋਮਣੀ ਕਮੇਟੀ ਕਰੋੜ ਰੁਪਈਏ ਦਾ ਨਾਮ ਦੇ ਰਹੀ ਆ, ਕਿਧਰੇ ਪੰਜਾਬ ਸਰਕਾਰ ਕੱਲੇ ਖਿਲਾੜੀ ਨੂੰ 1-1 ਕਰੋੜ ਰੁਪਈਏ ਦਾ ਨਾਮ ਅਨਾਊਂਸ ਕੀਤਾ। ਤੇ ਬੜੀ ਚੰਗੀ ਗੱਲ ਵੀ ਲੱਗਦੀ ਹੈ ਕਿਤੇ ਨਾ ਕਿਤੇ ਕਿ ਉਹਨਾਂ ਦੀ ਮਿਹਨਤ ਜਿਹੜੀ ਆ, ਉਹ ਬੱਚੇ ਜਿਹੜੇ ਖੇਡੇ ਆ, ਨੌਜਵਾਨ ਖੇਡੇ ਆ, ਉਹਨਾਂ ਨੂੰ ਇਹ ਮਾਣ ਸਨਮਾਨ ਦੇ ਉਹ ਹੱਕਦਾਰ ਨੇ। ਪਰ ਇੰਨਾ ਪੈਸਾ ਮਗਰੋਂ ਇੱਕਦਮ ਸੁੱਟ ਦੇਣਾ ਤੇ ਉਸ ਤੋਂ ਪਹਿਲਾਂ ਤਿਆਰੀ ਨਾ ਕਰਨਾ, ਇਨਫਰਾਸਟਰਕਚਰ ਬੇਸਿਕ ਚੀਜ਼ਾਂ 'ਤੇ ਉਹ ਪੈਸਾ ਨਾ ਲਾਉਣਾ, ਸਾਡੀ ਜਿਹੜੀ ਸਪੋਰਟਸ ਨੀਤੀ ਆ ਉਹਦਾ ਨਾ ਹੋਣਾ ਕੋਈ। ਵੈਸੇ ਤਾਂ ਨੀਤੀ ਸਾਡੀ ਕੋਈ ਵੀ ਨਹੀਂ ਆ, ਤੇ ਘੱਟੋ ਘੱਟ ਖੇਡ ਦੀ ਨੀਤੀ ਤੇ ਕੋਈ ਨਾ ਕੋਈ ਹੋਵੇ। ਅਸੀਂ ਇਹ ਕਾਫੀ ਗੱਲ ਕਰ ਚੁੱਕੇ ਹਾਂ, ਆਪਾਂ ਬਰੀਫ 'ਚ ਇਹਦੀ ਗੱਲ ਕਰਾਂਗੇ। ਸੋ ਓਲੰਪਿਕ ਦੇ ਵਿੱਚ ਜਿਹੜਾ ਬ੍ਰੌਂਜ਼ ਮੈਡਲ ਆ ਉਹ ਵੀ ਕਾਫੀ ਮਹੱਤਵਪੂਰਨ ਹੈ ਭਾਰਤ ਵਾਸਤੇ। ਤੇ ਦੂਜੇ ਪਾਸੇ ਆਸਟ੍ਰੇਲੀਆ ਬਹੁਤ ਵਧੀਆ ਫਾਰਮ ਸੀ, ਪਰ ਬੈਲਜੀਅਮ ਦੀ ਟੀਮ ਨੇ ਉਹਨਾਂ ਨੂੰ ਹਰਾਤਾ ਜੀ, ਤੇ ਗੋਲਡ ਮੈਡਲ ਉਹ ਲੈ ਗਏ ਨੇ ਜੀ। ओलंपिक चैंपियन बेल्जियम बन गया। शूट आउट तक गल गई ते फिर बेल्जियम आखिरकार आस्ट्रेलिया का जिहड़ा लगातार जित्तां दा सिलसिला सी उहनूं तोड़ के ओलंपिक चैंपियन बन गया। तुसीं जिक्र कीता कि साडा कांसी दा तमगा जितना ही ऐ लगदा है जिवें असीं गोल्ड मैडल जित लिया हो। वो इस करके हुंदा क्योंकि असीं लंबे समय तो देख रहे हैं, उड़ीक रहे हैं भी हाँ ਸਾਡੇ ਕੋਲ ਘੱਟੋ ਘੱਟ ਜਿਸ ਖੇਡ ਨੂੰ ਅਸੀਂ ਕੌਮੀ ਖੇਡ ਕਹਿੰਦੇ ਹਾਂ ਹਾਕੀ, ਉਸ ਖੇਡ ਦੇ ਵਿੱਚ ਮੈਡਲ ਤਾਂ ਬਹੁਤ ਦੂਰ ਦੀ ਗੱਲ ਸੀ। ਪਹਿਲੀਆਂ 7-8 ਟੀਮਾਂ ਚ ਆਉਣਾ ਵੀ ਸਾਡੇ ਲਈ ਮੁਸ਼ਕਲ ਹੋ ਗਿਆ ਸੀ। ਇੱਕ ਓਲੰਪਿਕਸ ਚ ਅਸੀਂ ਕੁਆਲੀਫਾਈ ਤੱਕ ਨਹੀਂ ਸੀ ਕਰ ਸਕੇ। ਜਿਵੇਂ ਐਤਕਾਂ ਅਸੀਂ ਪਾਕਿਸਤਾਨ ਨੂੰ ਕਿਤੇ ਨਾ ਕਿਤੇ ਮਿਸ ਕੀਤਾ, ਕਿਉਂਕਿ ਜਿਹੜੀ ਰਵਾਇਤੀ ਹਾਕੀ ਆ, ਕਲਾਤਮਕ ਜਿਹੜੀ ਹਾਕੀ ਆ, ਉਹਦੇ ਚ ਭਾਰਤ ਤੇ ਪਾਕਿਸਤਾਨ ਦਾ ਕੋਈ ਸਾਨੀ ਨਹੀਂ ਹੈ। ਤੇ ਭਾਵੇਂ ਜਦੋਂ ਭਾਰਤ ਤੇ ਪਾਕਿਸਤਾਨ ਦੇ ਮੈਚ ਹੁੰਦੇ ਆ, ਚਾਹੇ ਹਾਕੀ ਦੇ ਚਾਹੇ ਕ੍ਰਿਕਟ ਦੇ, ਤਾਂ ਐਂ ਲੱਗਦਾ ਹੁੰਦਾ ਜਿਵੇਂ ਜੰਗ ਲੱਗੀ ਹੁੰਦੀ ਆ ਦੋਵਾਂ ਮੁਲਕਾਂ ਦੇ ਵਿਚਾਲੇ। ਫਿਰ ਵੀ ਇੱਕ ਮਨ ਦੇ ਵਿੱਚੋਂ, ਇੱਕ ਦਿਲ ਚੋਂ ਇੱਕ ਅਜੀਬ ਜਿਹੀ ਉਪਕੇ ਨਿਕਲਦੀ ਸੀ ਕਿ ਭਾਰਤ ਦੀ ਟੀਮ ਅਸੀਂ ਦੇਖ ਪਾ ਰਹੇ ਹਾਂ ਤੇ ਪਹਿਲੇ ਚੌਹਾਂ ਚ ਵੀ ਆ ਗਈ, ਸੈਮੀਫਾਈਨਲ ਚ ਵੀ ਆ ਗਈ, ਮੈਡਲ ਵੀ ਜਿੱਤ ਗਈ, ਪਰ ਪਾਕਿਸਤਾਨ ਕਿਧਰੇ ਨਹੀਂ। ਸੋ ਇਸੇ ਤਰ੍ਹਾਂ ਭਾਰਤ ਵੀ ਇੱਕ ਵਾਰ ਕੁਆਲੀਫਾਈ ਨਹੀਂ ਸੀ ਕਰ ਸਕਿਆ ਓਲੰਪਿਕ। ਸੋ ਜਦੋਂ ਅਸੀਂ ਇਸ ਹਾਲਤ ਚ ਹੋਈਏ ਤਾਂ ਫਿਰ ਅਚਾਨਕ ਤਾਂ ਨਹੀਂ, ਮੈਂ ਇਹਨੂੰ ਕਹਿੰਦਾ ਪੂਰੀ ਮਿਹਨਤ ਦੇ ਨਾਲ ਸਾਡੀਆਂ ਦੋਵੇਂ ਟੀਮਾਂ ਗਈਆਂ, ਮੁੰਡਿਆਂ ਦੀ ਟੀਮ ਵੀ ਤੇ ਕੁੜੀਆਂ ਦੀ ਟੀਮ ਵੀ, ਤੇ 41 ਸਾਲ ਬਾਅਦ ਦੋਵਾਂ ਨੇ ਇੱਕ ਇਤਿਹਾਸ ਰਚਿਆ। ਤੇ ਪਹਿਲੀਆਂ 4 ਟੀਮਾਂ ਚ ਤਾਂ ਟੀਮਾਂ ਦੋਨੋਂ ਆ ਗਈਆਂ, ਤੇ ਇਹ ਵੀ ਦੁਨੀਆ ਚ ਪਹਿਲੀ ਵਾਰ ਹੋਇਆ ਕਿ ਇੱਕੋ ਮੁਲਕ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਸੈਮੀਫਾਈਨਲ ਚ ਪਹੁੰਚੀਆਂ ਹੋਣ। ਕਿਸੇ ਵੀ ਹੋਰ ਮੁਲਕ ਨੇ ਇਹ ਕਾਰਨਾਮਾ ਨਹੀਂ ਕੀਤਾ ਕਿ ਉਹਨਾਂ ਦੀਆਂ ਦੋਵੇਂ ਟੀਮਾਂ ਕੁੜੀਆਂ ਤੇ ਮੁੰਡਿਆਂ ਦੀਆਂ ਸੈਮੀਫਾਈਨਲ ਚ ਗਈਆਂ ਹੋਣ ਇੱਕੋ ਵੇਲੇ। ਤੇ ਉਹਦੇ ਚੋਂ ਮੁੰਡਿਆਂ ਦੀ ਟੀਮ ਜਿਹੜੀ ਆ ਕਾਂਸੀ ਦਾ ਤਮਗਾ ਜਿੱਤ ਗਈ ਆ। ਉਹ ਮੈਚ ਬੜਾ ਸ਼ਾਨਦਾਰ ਹੋਇਆ। ਕੱਲ ਜਦੋਂ ਆਪਾਂ ਆਪਣਾ ਪ੍ਰੋਗਰਾਮ ਖਤਮ ਕੀਤਾ ਸੀ, ਉਦੋਂ ਹੀ ਉਹ ਮੈਚ ਸ਼ੁਰੂ ਹੋਇਆ ਸੀ ਤੇ ਉਹ ਸਾਰਾ ਮੈਚ ਮੈਂ ਦੇਖਿਆ। ਤੇ ਅੱਜ ਜਦੋਂ ਅਸੀਂ ਜਿੱਤ ਗਏ ਆ, ਕਾਂਸੀ ਦਾ ਤਗਮਾ ਸਾਡੇ ਕੋਲ ਆ ਜਾਣਾ ਆ, ਜਦੋਂ ਆ ਹੀ ਗਿਆ, ਯਾਨੀ ਆ ਕੇ ਜਾਣਾ ਆ ਹੀ ਗਿਆ, ਤੇ ਉਦੋਂ ਬਹੁਤੀ ਨੁਕਤਾਚੀਨੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਵੀ ਹਾਂ ਵੀ ਅਸੀਂ ਕਿੱਥੇ ਗਲਤੀਆਂ ਕੀਤੀਆਂ ਕਿੱਥੇ ਨਹੀਂ ਕੀਤੀਆਂ। ਪਰ ਮੈਂ ਉਹ ਸਾਰਾ ਮੈਚ ਜਦੋਂ ਦੇਖਿਆ ਤੇ ਉਹਦੇ ਚ ਮੈਨੂੰ ਇੱਕ ਫੀਲਿੰਗ ਜ਼ਰੂਰ ਆਈ ਹੈ, ਜਿਹੜੀ ਸਾਡੀ ਸਭ ਤੋਂ ਵੱਡੀ ਘਾਟ ਜਾਂ ਕਮਜ਼ੋਰੀ ਹੈ ਕਿ ਜੇ ਅਸੀਂ ਪਛੜਦੇ ਹੋਈਏ, ਮਤਲਬ ਆਖਰੀ ਪਲਾਂ ਦੇ ਵਿੱਚ ਜਾਂ ਕਹਿ ਲਓ ਆਖਰੀ ਕੁਆਰਟਰ ਦੇ ਵਿੱਚ, 4 ਕੁਆਰਟਰ ਖੇਡੇ ਜਾਂਦੇ ਨੇ, ਪਹਿਲੇ ਹਾਫ ਚ 2 ਕੁਆਰਟਰ ਤੇ 2 ਕੁਆਰਟਰ ਮਗਰਲੇ ਹਾਫ ਦੇ ਵਿੱਚ। ਜੇ ਅਸੀਂ ਪਛੜਦੇ ਹੋਈਏ ਤੇ ਫਿਰ ਆਖਰੀ ਕੁਆਰਟਰ ਤੱਕ ਜਾਂਦੇ ਤਾਂ ਫਿਰ ਅਸੀਂ ਉਦਾਂ ਦਿਲ ਛੱਡ ਜਾਂਦੇ ਆ, ਤੇ ਫਿਰ ਉਹ ਜ਼ਿਆਦਾ ਮੌਕੇ ਜਿਹੜੇ ਆ ਵਿਰੋਧੀ ਟੀਮ ਨੂੰ ਮਿਲ ਜਾਂਦੇ ਆ ਤੇ ਉਹ ਲੀਡ ਵਧਾ ਲੈਂਦੇ ਆ, ਸਾਡੀ ਹਾਰ ਵੱਡੀ ਹੋ ਜਾਂਦੀ ਹੈ। ਜੇ ਅਸੀਂ ਜਿੱਤਦੇ ਹੋਈਏ, 1 ਗੋਲ ਦੇ ਉੱਤੇ ਲੀਡ ਕਰਦੇ ਹੋਈਏ ਜਾਂ 2 ਗੋਲਾਂ ਦੇ ਉੱਤੇ ਆਖਰੀ ਕੁਆਰਟਰ ਤੱਕ ਜਾਂਦੇ ਆ,
ਫਿਰ ਅਸੀਂ ਬਹੁਤ ਡਿਫੈਂਸਿਵ ਹੋ ਜਾਂਦੇ ਹਾਂ। ਉਹ ਜਿਹੜਾ ਡਿਫੈਂਸਿਵ ਹੋਣਾ ਜਿਹੜਾ ਆ ਆਖਰੀ ਕੁਆਟਰ ਦੇ ਵਿੱਚ, ਉਹ ਫਿਰ ਜਿਹੜੀ ਵਿਰੋਧੀ ਟੀਮ ਹੈ ਉਹਨੂੰ ਕਮਬੈਕ ਕਰਨ ਦਾ ਮੌਕਾ ਦੇ ਦਿੰਦਾ। ਜਿਵੇਂ ਕੱਲ ਜਰਮਨੀ ਨੇ ਚੌਥਾ ਗੋਲ ਕੀਤਾ, ਉਹ ਸਾਡੇ ਡਿਫੈਂਸਿਵ ਹੋਣ ਦਾ ਨਤੀਜਾ ਸੀ। ਜਿਵੇਂ ਕੱਲ ਆਖਰੀ ਪਲ ਸੀਗੇ, ਆਖਰੀ 20 ਸੈਕਿੰਡ ਉਹਨਾਂ ਨੂੰ ਫੇਰ ਮਿਲ ਜਾਣਾ ਪੈਨਲਟੀ ਕਾਰਨਰ, ਉਹ ਵੀ ਸਾਡੇ ਡਿਫੈਂਸਿਵ ਹੋਣ ਦਾ ਇੱਕ ਕਾਰਨ। ਤੇ ਵੱਖਰੀ ਗੱਲ ਹੈ ਕਿ ਸਾਡਾ ਜਿਹੜਾ ਗੋਲਕੀਪਰ, ਜਿਹਨੂੰ ਵਾਲ ਆਫ ਇੰਡੀਆ ਕਿਹਾ ਗਿਆ, ਭਾਰਤ ਦੀ ਦੀਵਾਰ, ਸ਼੍ਰੀ ਜੈਸ, ਉਹਨੇ ਕਮਾਲ ਕੀਤੀ ਕੱਲ ਦੇ ਮੈਚ ਦੇ ਵਿੱਚ ਵੀ, ਤੇ ਆਖਰੀ ਪਲਾਂ ਦੇ ਵਿੱਚ ਵੀ ਉਹਨੇ ਬਚਾਇਆ। ਤੇ ਪੈਨਲਟੀ ਕਾਰਨਰ ਉਹਨਾਂ ਦਾ ਮਿਸ ਹੁੰਦਿਆਂ ਹੀ ਲੰਬੀ ਵਿਸਲ ਵੱਜ ਗਈ ਤੇ ਅਸੀਂ ਕਾਂਸੀ ਦਾ ਤਮਗਾ ਜਿੱਤ ਲਿਆ। ਹੋਰ ਬਹੁਤ ਸਾਰੀਆਂ ਹਾਕੀ ਦੇ ਐਕਸਪਰਟ ਇਹਦੇ ਤੇ ਗੱਲਾਂ ਕਰ ਸਕਦੇ ਆ, ਮੈਂ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਨੀ। ਜੀ ਬਿਲਕੁਲ, ਜਸ਼ਨ ਹੈ, ਉਸ ਜਸ਼ਨ ਦੇ ਵਿੱਚ ਬਿਲਕੁਲ ਜੀ ਜੀ ਜਿਵੇਂ ਦਸਾਂਝ ਸਾਹਿਬ ਪਿੱਛੇ ਸਰਜੀਤ ਰਾਂ ਨੂੰ ਵੀ ਜਦੋਂ ਫੁੱਲ ਬੈਕ ਖੇਡਦੇ ਸੀ ਤੇ ਉਹਨਾਂ ਨੂੰ ਵੀ ਭਾਰਤ ਦੀ ਕੰਧ ਹੀ ਕਿਹਾ ਜਾਂਦਾ ਸੀ ਕਿ ਉਹਨੂੰ ਲੰਘਣਾ ਬਹੁਤ ਔਖਾ ਹੋ ਜਾਂਦਾ। ਸੋ ਇਸ ਵਾਰ ਵਾਕਈ ਗੋਲਕੀਪਰ ਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਸਲਾਹੁਣਯੋਗ ਆ। ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ, ਚਲੋ ਕਿੰਤੂ ਪਰੰਤੂ ਹਮੇਸ਼ਾ ਹੁੰਦੇ ਰਹਿੰਦੇ ਆ। ਪੰਜਾਬ ਦੇ ਪਲੇਅਰ ਵਧੇਰੇ ਖੇਡ ਰਹੇ ਸੀਗੇ ਟੀਮ ਦੇ ਵਿੱਚ, ਤੇ ਸਪਾਂਸਰ ਇਹਨੂੰ ਕੀਤਾ ਉੜੀਸਾ ਨੇ। ਕਾਲੋ ਸਾਹਿਬ ਦੱਸ ਕੇ ਗਏ ਕਿ ਕਿਸੇ ਵੇਲੇ ਸਹਾਰਾ ਇੰਡੀਆ ਵਾਲੇ ਕਰਦੇ ਹੁੰਦੇ ਸੀ, ਉਹਨਾਂ ਦੀ ਆਪ ਹਾਲਤ ਖਸਤਾ ਹੈ, ਤੇ ਇਸ ਵਾਰ ਉਹਨਾਂ ਨੂੰ ਸਪਾਂਸਰ ਹੀ ਕੋਈ ਨਹੀਂ ਸੀ ਮਿਲ ਰਿਹਾ। ਤੇ ਉਹ ਚੰਗਾ ਹੋ ਗਿਆ ਕਿ ਨਵੀਨ ਪਟਨਾਇਕ ਰਾਂ ਨੇ 1 ਕਰੋੜ ਰੁਪਈਆ ਖਰਚ ਕੇ ਜੀ ਸਿਰਫ, ਤੇ ਉੜੀਸਾ ਉਹਨਾਂ ਦੀਆਂ ਜਿਹੜੀਆਂ ਯੂਨੀਫਾਰਮ ਹੈ ਉੱਤੇ ਵੀ ਲਿਖਿਆ ਤੁਹਾਨੂੰ ਦਿਖ ਰਿਹਾ ਸੀਗਾ ਭਾਰਤ ਦੇ ਨਾਲ ਉੜੀਸਾ ਵੀ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਸਪਾਂਸਰ ਕੀਤਾ ਹੋਇਆ ਸੀਗਾ। ਪਰ ਕੀ ਕਾਰਨ ਹੁੰਦਾ ਹੈ ਕਿ ਅਸੀਂ ਹਰ ਥਾਂ ਹੀ ਪਛੜ ਜਾਂਦੇ ਹਾਂ? ਟੀਮ ਆਪਾਂ ਮਾਣ ਵੀ ਬੜਾ ਕਰਦੇ ਹਾਂ ਕਿ ਪੰਜਾਬੀ ਬੜੇ ਖੇਡਦੇ ਆ ਜੀ, ਫਿਰ ਅੱਗੋਂ ਹੀ ਵੰਡਣ ਲੱਗ ਪੈਂਦੇ ਆ, ਸਾਡੇ ਜ਼ਿਲ੍ਹੇ ਦੇ ਜ਼ਿਆਦਾ, ਅੰਮ੍ਰਿਤਸਰ ਦੇ ਜ਼ਿਆਦਾ, ਜਲੰਧਰ ਦੇ ਜ਼ਿਆਦਾ, ਫਿਰ ਅੱਗੇ ਸਿੱਖ ਜ਼ਿਆਦਾ, ਦੂਜੇ ਜ਼ਿਆਦਾ। ਤੇ ਜਦੋਂ ਉਹਨਾਂ ਨੂੰ ਸਪੋਰਟ ਕਰਨ ਦਾ ਸਮਾਂ ਆਉਂਦਾ ਆ, ਉਹਨਾਂ ਦੀ ਮਦਦ ਕਰਨ ਦਾ ਸਮਾਂ ਆਉਂਦਾ, ਤੇ ਉਦੋਂ ਸਰਕਾਰਾਂ ਪਿੱਛੇ ਹਟ ਜਾਂਦੀਆਂ। ਤੇ ਹੁਣ ਝੜੀ ਲਾ ਦਿੱਤੀ 1-1 ਕਰੋੜ। ਤੇ ਅਜੇ ਵੀ ਮੈਨੂੰ ਇਤਰਾਜ਼ ਹੈ ਕਿ ਸਮੁੱਚੀ ਹਾਕੀ ਟੀਮ ਦੇ ਇਕੱਲੇ ਵਿਅਕਤੀ ਨੂੰ ਕਰੋੜ ਮਿਲਣਾ ਚਾਹੀਦਾ। ਇੱਦਾਂ ਨਹੀਂ ਕਿ ਪੰਜਾਬ ਦੇ ਜਿਹੜੇ ਖਿਲਾੜੀ ਗਏ ਸੀ ਉਹਨਾਂ ਨੂੰ ਤੇ ਦੇਵਾਂਗੇ ਤੇ ਬਾਕੀਆਂ ਨੂੰ ਨਹੀਂ। ਇਹ ਗੱਲ ਮੈਨੂੰ ਕਿਤੇ ਜੱਚਦੀ ਨਹੀਂ ਆ। ਜਿਹੜੀ ਪੂਰੀ ਦੀ ਪੂਰੀ ਟੀਮ ਹੈ, ਟੀਮ ਦੀ ਮੈਨੇਜਮੈਂਟ ਹੈ, ਟੀਮ ਦੇ ਕੋਚ ਨੇ, ਸਾਰਿਆਂ ਨੂੰ ਬਰਾਬਰ ਹਿੱਸਾ ਮਿਲਣਾ ਚਾਹੀਦਾ ਮੇਰੇ ਖਿਆਲ 'ਚ। ਤੇ ਅਗਰ ਇੱਦਾਂ ਦੀ ਆਪਾਂ ਪਿਰਤ ਪਾ ਲਈਏ ਤਾਂ ਜ਼ਿਆਦਾ ਵਧੀਆ। ਇਹ ਨਾ ਕਹੀਏ ਕਿ ਪੰਜਾਬ ਦੇ 8-9 ਪਲੇਅਰ ਖੇਡੇ, 9 ਖੇਡੇ ਤੇ ਉਹਨਾਂ ਨੂੰ ਅਸੀਂ 9-9 ਕਰੋੜ ਦਾਂਗੇ। ਜੇ 9 ਦਾ 15 ਕਰੋੜ ਹੋ ਜੂ ਤੇ ਪੰਜਾਬ ਨੂੰ ਕੋਈ ਘਾਟਾ ਨਹੀਂ ਪੈਣ ਲੱਗਾ। ਪਹਿਲੀ ਗੱਲ ਤਾਂ ਮੈਂ ਥੋੜੀ ਗੱਲ ਥੋੜੀ ਸਪਸ਼ਟ ਕਰਨੀ ਚਾਹੁੰਦਾ, ਸ਼ਾਇਦ ਮਿਸ ਇਨਫੋਰਮੇਸ਼ਨ ਹੈ ਵੀ ਉੜੀਸਾ ਦੀ ਗਵਰਨਮੈਂਟ ਨੇ ਸਿਰਫ 1 ਕਰੋੜ ਰੁਪਈਆ ਖਰਚਿਆ। ਦੋਨੋਂ ਟੀਮਾਂ ਨੂੰ ਉੜੀਸਾ ਦੀ ਗਵਰਨਮੈਂਟ ਨੇ, ਨਵੀਨ ਪਟਨਾਇਕ ਦੀ ਗਵਰਨਮੈਂਟ ਨੇ ਸਪਾਂਸਰ ਕੀਤਾ, ਕੁੜੀਆਂ ਦੀ ਟੀਮ ਨੂੰ ਵੀ ਤੇ ਮੁੰਡਿਆਂ ਦੀ ਟੀਮ ਨੂੰ ਵੀ, ਤੇ 150 ਕਰੋੜ ਰੁਪਏ ਖਰਚ। ਅੱਛਾ ਜੀ, ਅੱਛਾ, ਵੈਰੀ ਗੁੱਡ। ਸਰ ਮੈਨੂੰ ਕਰੋੜ ਡਾਲਰ ਦੱਸ ਕੇ, ਰੁਪਈਆ ਦੱਸ ਕੇ ਗਏ ਸਰ, ਸੌਰੀ। ਕਰੋੜ ਰੁਪਏ ਦਾ ਸਪਾਂਸਰਸ਼ਿਪ ਕੁਝ ਵੀ ਨਹੀਂ ਹੈ। ਕਰੋੜ ਰੁਪਏ ਦਾ ਸਪਾਂਸਰਸ਼ਿਪ ਦਾ ਮਤਲਬ ਹੀ ਕੋਈ। ਤੇ ਸੋ 150 ਕਰੋੜ ਰੁਪਏ ਕੱਲਾ ਇਹ ਨਹੀਂ ਵੀ ਪੈਸਾ ਖਰਚਿਆ। ਉੜੀਸਾ 'ਚ ਬਕਾਇਦਾ ਸਪੈਸ਼ਲ ਟ੍ਰੇਨਿੰਗ ਜਿਹੜੀ ਆ ਉੱਥੇ ਦਿੱਤੀ ਗਈ, ਉਹ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ। ਸੁੱਖ ਦਾ ਸ਼ਬਦ ਕਰ ਦਈਏ, ਜਿਹੜੀ ਨੀਡਸ ਜਿਹੜੀਆਂ ਜੀ ਬਿਲਕੁਲ, ਹਾਂ, ਇੱਕ ਖਿਡਾਰੀ ਦੀ ਜਿਹੜੀਆਂ ਲੋੜਾਂ ਹੁੰਦੀਆਂ ਉਹ ਪੂਰੀਆਂ ਕੀਤੀਆਂ। ਉਹਦਾ ਇੱਕ ਮੈਂ ਕਾਰਨ ਦੱਸਦਾ ਤੁਹਾਨੂੰ। ਉਹਦਾ ਕਾਰਨ ਇਹ ਹੈ ਕਿ ਜਿਹੜੇ ਨਵੀਨ ਪਟਨਾਇਕ ਹੈ, ਵੈਸੇ ਇੱਕ ਕਾਰਨ ਤਾਂ ਇਹ ਹੈ ਕਿ ਉੱਥੇ ਜਿਹੜੇ ਆਦਿਵਾਸੀ ਇਲਾਕੇ ਆ ਉੜੀਸਾ ਦੇ, ਉੱਥੇ ਮਤਲਬ ਭਾਵੇਂ ਉਹ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਖਿੱਦੋ ਖੁੰਡੀ ਖੇਡਦੇ ਹੁੰਦੇ ਸੀ ਵੀ ਤੂਤ ਦਾ ਸਾਂਗੜ ਲਿਆ, ਜਿਹੜੀ ਵੱਢ ਲਿਆ, ਤੋੜ ਲਿਆ, ਤੇ ਉਹਦੇ ਨਾਲ ਆਪਾਂ ਪਿੰਡਾਂ 'ਚ ਖੇਡਦੇ ਹੁੰਦੇ ਸੀ। ਸਾਡੇ ਕੋਲ ਹਾਕੀ ਨਹੀਂ ਸੀ ਹੁੰਦੀ, ਬਾਲ ਨਹੀਂ ਸੀ ਹੁੰਦਾ, ਉਹ ਖਿੱਦੋ ਖੁੰਡੀ ਉਹਨੂੰ ਕਹਿੰਦੇ ਸੀ ਆਪਾਂ। ਇਸ ਤਰ੍ਹਾਂ ਦਾ ਉੱਥੇ ਇੱਕ ਕਲਚਰ ਹੈ। ਉੱਥੇ ਹਾਕੀ ਨੂੰ ਬਹੁਤ ਮੁਹੱਬਤ ਕੀਤੀ ਜਾਂਦੀ ਹੈ ਆਦਿਵਾਸੀ ਇਲਾਕੇ ਦੇ ਵਿੱਚ। ਦਲੀਪ ਟਿਰਕੇ ਉੜੀਸਾ ਦਾ ਸਭ ਤੋਂ ਸਟਾਰ ਖਿਡਾਰੀ ਹੋਇਆ ਹਾਕੀ ਦਾ। ਕਿਸੇ ਵੇਲੇ ਹਾਕੀ ਦਾ ਆਪਣਾ, ਜਦੋਂ ਸ਼ਾਇਦ ਧਨਰਾਜ ਪਿੱਲੇ ਤੇ ਸ਼ਾਹਿਦ ਤੇ ਜ਼ਫਰ ਇਕਬਾਲ ਤੇ ਇਹ ਜਿਹੜੇ ਸਟਾਰ ਖਿਡਾਰੀ ਸੀ, ਉਦੋਂ ਦਲੀਪ ਟਿਰਕੇ ਵੀ ਸਾਡਾ ਇੱਕ ਖਿਡਾਰੀ ਹੁੰਦਾ ਸੀ, ਉੜੀਸਾ ਦਾ ਸੀ। ਸੋ ਆਦਿਵਾਸੀ ਇਲਾਕਿਆਂ ਦੇ ਵਿੱਚ ਹਾਕੀ ਨੂੰ ਬਹੁਤ ਪਿਆਰ ਕੀਤਾ ਜਾਂਦਾ, ਉੱਥੇ ਖੇਡੀ ਜਾਂਦੀ। ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਨਵੀਨ ਪਟਨਾਇਕ ਆ ਉੱਥੋਂ ਦਾ ਮੁੱਖ ਮੰਤਰੀ ਉੜੀਸਾ ਦਾ, ਉਹ ਕਿਸੇ ਵੇਲੇ ਦੂਨ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ ਤੇ ਦੂਨ ਸਕੂਲ ਦੀ ਜਿਹੜੀ ਟੀਮ ਸੀ ਉਹਦਾ ਗੋਲਕੀਪਰ ਹੁੰਦਾ ਸੀ। ਯਾਨੀ ਉਹ ਖੁਦ ਹਾਕੀ ਦਾ ਖਿਡਾਰੀ ਹੈ ਤੇ ਉਹਨੂੰ ਵੀ ਇੱਕ ਹਾਕੀ ਨਾਲ ਮੁਹੱਬਤ ਹੈ। ਤੇ ਜਦੋਂ ਇਹ ਦੇਖਿਆ ਗਿਆ ਕਿ ਨਾ ਤਾਂ ਇੰਡੀਅਨ ਗਵਰਨਮੈਂਟ ਦੇ ਕੋਲ ਕੋਈ ਪਾਲਿਸੀ ਆ ਹਾਕੀ ਸਾਡੀ ਕੌਮੀ ਖੇਡ ਵਾਸਤੇ ਵੀ ਉਹਨੂੰ ਸਪਾਂਸਰ ਕਰ ਸਕੇ ਜਾਂ ਉਹਦੀਆਂ ਲੋੜਾਂ ਪੂਰੀਆਂ ਕਰ ਸਕੇ, ਨਾ ਸਾਡੀ ਸਪੋਰਟਸ ਪਾਲਿਸੀ ਆ ਕੋਈ,
ਜਦੋਂ ਦੇਖਿਆ ਗਿਆ ਕਿ ਜਿਹੜਾ ਸਭ ਤੋਂ ਵੱਧ ਦਾਅਵਾ ਕਰਦਾ ਪੰਜਾਬ ਵੀ ਸਾਡੇ ਖਿਡਾਰੀ ਸਾਡੇ 10 ਖਿਡਾਰੀ ਆ ਜੀ ਇਸ ਟੀਮ ਦੇ ਵਿੱਚ, ਤੇ ਪੰਜਾਬ ਗੌਰਮੈਂਟ ਦੀ ਵੀ ਕੋਈ ਪਾਲਿਸੀ ਨਹੀਂ ਵੀ ਕੋਈ ਸਪੈਸ਼ਲੀ ਸਪਾਂਸਰ ਕੀਤਾ ਜਾ ਸਕੇ ਕੁੜੀਆਂ ਤੇ ਮੁੰਡਿਆਂ ਦੀ ਟੀਮ ਨੂੰ, ਤਾਂ ਉਦੋਂ ਨਵੀਨ ਪਟਨਾਇਕ ਆ ਗਿਆ। ਤੇ ਇਹ ਉਦੋਂ ਉਹ ਦੌਰ ਵੀ ਸੀ ਜਿੱਦਾਂ ਤੁਸੀਂ ਸਹਾਰਾ ਦਾ ਜ਼ਿਕਰ ਕੀਤਾ, ਸਹਾਰਾ ਵਾਲਾ ਤਾਂ ਆਪ ਇਸ ਵੇਲੇ ਜੇਲ੍ਹ 'ਚ ਬੈਠਾ। ਬਾਕੀ ਵੀ ਕਾਰਪੋਰੇਟ ਜਿਹੜਾ ਹੈਗਾ ਉਹਨੇ ਸਾਰਿਆਂ ਦੇ ਹੱਥ ਖਿੱਚ ਲਏ। ਕਾਰਪੋਰੇਟ ਕਿੱਥੇ ਪੈਸੇ ਲਾਉਂਦਾ ਕਿੱਥੇ ਨਹੀਂ ਲਾਉਂਦਾ ਉਹ ਆਪਾਂ ਨੂੰ ਪਤਾ ਹੈ। ਕਾਰਪੋਰੇਟ ਨੇ ਪੈਸੇ ਲਾ ਦਿੱਤੇ ਆ, ਚੰਡੀਗੜ੍ਹ ਦਾ ਬਿਜਲੀ ਮਹਿਕਮਾ ਵੀ ਸਾਰਾ ਜਿਹੜਾ ਆਪਣੇ ਹੱਥਾਂ 'ਚ ਕਰ ਲਿਆ। ਤੇ ਦੂਜੀ ਗੱਲ ਇਹ ਆ ਕਿ ਕਾਰਪੋਰੇਟ ਨੇ ਵੀ ਜਦੋਂ ਹੱਥ ਖਿੱਚ ਲਏ ਤਾਂ ਨਵੀਨ ਪਟਨਾਇਕ ਅੱਗੇ ਆਏ ਤੇ ਚੁੱਪ ਚਪੀਤੇ, ਕੋਈ ਸ਼ੋਰ ਸ਼ਰਾਬਾ ਨਹੀਂ, ਕਿਸੇ ਅਖਬਾਰ 'ਚ ਕੋਈ ਸੁਰਖੀ ਨਹੀਂ, ਕਿਸੇ ਮੀਡੀਆ 'ਚ ਕੋਈ ਜ਼ਿਕਰ ਨਹੀਂ। ਦੋਨੋਂ ਟੀਮਾਂ ਨੂੰ ਸਪਾਂਸਰ ਕੀਤਾ, 150 ਕਰੋੜ ਰੁਪਇਆ ਖਰਚਿਆ। ਇੱਕ ਹੋਰ ਤੱਥ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜਾ ਪੰਜਾਬ ਹੈ ਸਾਡਾ, ਜਿਹੜਾ ਕਲਚਰਲ ਤੇ ਸਪੋਰਟਸ ਦਾ ਓਵਰਆਲ ਜਿਹੜਾ ਫੰਡ ਹੈ 1500 ਕਰੋੜ ਰੁਪਏ ਹੈ, ਜਿਹਦੇ ਵਿੱਚ 147 ਕਰੋੜ ਰੁਪਏ ਅਸੀਂ ਸਪੋਰਟਸ ਤੇ ਖਰਚਦੇ ਹਾਂ। ਤੇ ਮੁਕਾਬਲਤਨ ਗਰੀਬ ਸੂਬਾ ਆ ਆਪਣਾ ਉੜੀਸਾ, ਸਾਡੇ ਮੁਕਾਬਲੇ ਬਹੁਤ ਗਰੀਬ ਸੂਬਾ ਆ ਉੜੀਸਾ। ਹਾਂਜੀ, ਉੱਥੇ 2100 ਕਰੋੜ ਰੁਪਏ ਜਿਹੜਾ ਕਲਚਰ ਤੇ ਸਪੋਰਟਸ ਤੇ ਇੱਕ ਫੰਡਿੰਗ ਹੈ, ਜਿਹਦੇ ਚੋਂ 400 ਕਰੋੜ ਰੁਪਏ ਵਿੱਚ 150 ਕਰੋੜ ਰੁਪਏ ਜਿਹੜਾ ਸਪਾਂਸਰ ਕੀਤਾ, 400 ਕਰੋੜ ਰੁਪਏ ਇਕੱਲਾ ਸਪੋਰਟਸ ਤੇ ਉੱਥੇ ਖਰਚ ਕੀਤਾ ਗਿਆ ਪਿਛਲੇ ਸਾਲ, ਇਸ ਸਾਲ ਦੇ। ਇਹ ਫਰਕ ਹੈ, ਉਹਦੇ ਨਤੀਜੇ ਆ ਵੀ 41 ਸਾਲ ਬਾਅਦ ਅਸੀਂ ਜਿਹੜੇ ਇੱਥੇ ਤੱਕ ਪਹੁੰਚੇ ਆ। ਜੇ ਉਹਨਾਂ ਨੇ ਬਾਂਹ ਨਾ ਫੜੀ ਹੁੰਦੀ ਖਿਡਾਰੀਆਂ ਦੀ ਤਾਂ ਸ਼ਾਇਦ ਇੱਥੇ ਤੱਕ ਵੀ ਅਸੀਂ ਨਾ ਪਹੁੰਚਦੇ, ਪਹਿਲੀਆਂ ਚੌਂਚ ਤੱਕ ਹੀ ਪਹੁੰਚਣਾ ਸੀ, ਪਹਿਲੇ 8 ਦਿਨ ਸੀ ਪਹੁੰਚਣਾ। ਸੋ ਇੱਕ ਤਾਂ ਇਹ ਗੱਲ ਹੈ। ਦੂਜਾ ਜਿਹੜਾ ਇਹ ਹੈ ਬਈ ਇਹ ਠੀਕ ਹੈ, ਖੁਸ਼ੀ ਤਾਂ ਹੁੰਦੀ ਹੈ। ਅੰਮ੍ਰਿਤਸਰ ਦੇ ਵਿੱਚ ਬੜੀ ਖੁਸ਼ੀ ਹੈ। ਅੰਮ੍ਰਿਤਸਰ ਦੇ 4 ਪਿੰਡਾਂ ਦੇ ਖਿਡਾਰੀ ਇਸ ਟੀਮ ਦੇ ਵਿੱਚ ਹੈ। ਓਵਰਆਲ ਪੰਜਾਬ ਦੇ 10 ਖਿਡਾਰੀ, ਚਾਹੇ ਉਹ ਪਲੇਇੰਗ ਹੈ ਚਾਹੇ ਉਹ ਸਟੇਜ ਹੈ, ਓਵਰਆਲ 10 ਖਿਡਾਰੀ ਆ ਪੰਜਾਬ। ਏਦਾਂ ਕੁੜੀਆਂ ਦੀ ਟੀਮ ਦੇ ਵਿੱਚ ਵੀ ਗੁਰਜੀਤ ਕੌਰ ਵਰਗੀਆਂ ਪੰਜਾਬਣ ਖਿਡਾਰਨਾ ਹੈਗੇ ਆ। ਤੇ ਖੁਸ਼ੀ ਤਾਂ ਹੁੰਦੀ ਹੈ। ਅੰਮ੍ਰਿਤਸਰ 'ਚ ਬੜੀ ਖੁਸ਼ੀ ਆ ਵੀ ਉੱਥੇ 4 ਖਿਡਾਰੀ ਹੈ ਤੇ ਉੱਥੇ ਜਸ਼ਨ ਦਾ ਮਾਹੌਲ ਹੈ। ਤੇ ਅਗਲੇ ਇਹ ਵੀ ਕਹਿੰਦੇ ਆ ਵੀ ਅਸੀਂ ਅੰਮ੍ਰਿਤਸਰੀਏ ਜੀ, ਅਸੀਂ ਅੰਮ੍ਰਿਤਸਰੀਏ। ਤੇ ਏਦਾਂ ਅਸੀਂ ਕਹਿੰਦੇ ਆ ਕਿ ਅਸੀਂ ਪੰਜਾਬੀ ਜੀ, ਅਸੀਂ ਪੰਜਾਬੀ। ਪੰਜਾਬ ਨੇ ਕਮਾਲ ਕਰਤਾ। ਕੱਲ ਦਾ ਜਿਹੜਾ ਮੈਚ ਸੀ ਉਹਦੇ ਪੰਜੇ ਗੋਲ ਪੰਜਾਬੀਆਂ ਨੇ ਕੀਤੇ ਆ। ਕਿ ਠੀਕ ਹੈ, ਖੁਸ਼ੀ ਮੰਨਣੀ ਚਾਹੀਦੀ। ਨਹੀਂ, ਜੇ ਬਹੁਤਾਤ ਪੰਜਾਬੀਆਂ ਦੀ ਆ ਤੇ ਫਾਰਵਰਡ ਪੰਜਾਬੀ ਖੇਡ ਰਿਹਾ ਤੇ ਉਹਨੂੰ ਗੋਲ ਵੀ ਤਾਂ ਉਹਨਾਂ ਹੀ ਕਰਨੇ ਆ ਨਾ ਜੀ। ਨਹੀਂ, ਮੈਂ ਤੁਸੀਂ ਮੇਰੀ ਗੱਲ ਪੂਰੀ ਨਹੀਂ ਹੋਣ ਦਿੱਤੀ। ਹਾਂ, ਮੈਂ ਇਹੀ ਕਹਿ ਰਿਹਾ ਵੀ ਠੀਕ ਹੈ, ਖੁਸ਼ੀ ਤਾਂ ਮਨਾਉਣੀ ਚਾਹੀਦੀ ਹੈ, ਕਹਿਣਾ ਵੀ ਚਾਹੀਦਾ ਅਸੀਂ ਪੰਜਾਬੀ, ਪਰ ਅਸੀਂ ਉਹਨੂੰ ਸੀਮਤ ਨਹੀਂ ਕਰ ਸਕਦੇ ਵੀ ਕੇਵਲ ਪੰਜਾਬੀਆਂ ਕਰਕੇ ਅਸੀਂ ਇੱਥੇ ਤੱਕ ਪਹੁੰਚ ਗਏ। ਏਦਾਂ ਵੀ ਨਹੀਂ ਹੈ, ਪੰਜਾਬੀਆਂ ਕਰਕੇ ਪਹੁੰਚੇ ਹੈ, ਠੀਕ ਹੈ, ਕੇਵਲ ਪੰਜਾਬੀਆਂ ਕਰਕੇ ਏਦਾਂ ਵੀ ਨਹੀਂ ਹੈ। ਫਿਰ ਅਸੀਂ ਸ਼੍ਰੀ ਜਸ ਨੂੰ ਕਿੱਥੇ ਰੱਖਾਂਗੇ? ਬਿਲਕੁਲ, ਜਿਹਨੇ ਮਤਲਬ ਲਗਾਤਾਰ ਇੱਕ ਦੀਵਾਰ ਬਣ ਕੇ ਕੰਮ। ਫਿਰ ਅਸੀਂ ਉਹ ਸਵਿਤਾ ਪੂਨੀਆ ਨੂੰ ਕਿੱਥੇ ਰੱਖਾਂਗੇ ਜਿਹੜੀ ਸਾਡੀ ਕੁੜੀਆਂ ਦੀ ਟੀਮ ਦੀ ਗੋਲਕੀਪਰ ਹੈ, ਜਿਹਨੇ ਆਸਟ੍ਰੇਲੀਆ ਦਾ ਜਿਹੜਾ ਸੀ ਇੱਕ ਮੈਚ ਜਿੱਤਿਆ। ਇੱਕ ਮੈਚ ਨਹੀਂ, ਮਤਲਬ ਜਿਹੜਾ ਮੈਚ ਜਿੱਤ ਕੇ ਅਸੀਂ ਇਹ ਕਿਹਾ ਵੀ ਅਸੀਂ 3 ਵਾਰ ਦੀ ਚੈਂਪੀਅਨ ਨੂੰ ਹਰਾ ਦਿੱਤਾ। ਇੱਕੋ ਗੋਲ ਕੀਤਾ ਗੁਰਜੀਤ ਕੌਰ ਨੇ। ਤੇ ਗੁਰਜੀਤ ਕੌਰ ਇੰਪੋਰਟੈਂਟ ਹੈ, ਨੋ ਡਾਊਟ, ਪਰ ਗੁਰਜੀਤ ਕੌਰ ਕਰਦਿਆਂ ਅਸੀਂ ਸਵਿਤਾ ਪੂਨੀਆ ਨੂੰ ਭੁੱਲ ਗਏ, ਜਿਹਨੇ 7 ਜਿਹੜੇ ਆ ਡਾਇਰੈਕਟ ਅਟੈਕ ਜਿਹੜੇ ਆ ਉਸ ਮੈਚ ਦੇ ਵਿੱਚ ਰੋਕੇ ਤੇ ਓਵਰਆਲ 14 ਜਿਹੜੇ ਅਟੈਕ ਆਸਟ੍ਰੇਲੀਆ ਦੇ ਨਾਕਾਮ। ਤੇ ਫਿਰ ਅਸੀਂ ਬਾਕੀ ਖਿਡਾਰੀਆਂ ਨੂੰ ਕਿੱਥੇ ਰੱਖਾਂਗੇ? ਸੋ ਇਸ ਕਰਕੇ ਜਿਹੜੀ ਇੱਕ ਮੁਕੰਮਲ ਰੂਪ ਦੇ ਵਿੱਚ ਟੀਮ ਹੈ ਜਿਹਦੇ ਚ ਕਿਸੇ ਵੀ ਸੂਬੇ ਦਾ ਕੋਈ ਵੀ ਖਿਡਾਰੀ ਹੋ ਸਕਦਾ ਤੇ ਉਹਨਾਂ ਨੂੰ ਇੱਕ ਇੱਜ਼ਤ ਮਾਣ ਦੇਣ ਦੀ ਜ਼ਰੂਰਤ ਹੈ। ਟੀਮ ਵਰਕ ਜਿਹੜਾ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ। ਸੋ ਇੱਥੇ ਤਾਂ ਇਹ ਵੀ ਹੋਇਆ ਵੀ ਇਕੱਲੇ ਸਿੱਖ ਖਿਡਾਰੀਆਂ ਨੂੰ ਅੱਗੇ ਰੱਖ ਕੇ ਜਿਹੜੀਆਂ ਦੀਆਂ ਗੱਲਾਂ ਕੀਤੀਆਂ ਗਈਆਂ। ਹੋਰ ਮੰਦਭਾਗੀ ਘਟਨਾ ਵਾਪਰੀ ਹੈ। ਜਿਹੜੀ ਕੁੜੀ ਹੈਗੀ ਆ ਵਰਿੰਦਰ ਕਟਾਰੀਆ, ਜਿਹਨੇ ਇੱਕ ਮੈਚ ਦੇ ਵਿੱਚ ਹੈਟ੍ਰਿਕ ਮਾਰੀ ਹੈ ਤੇ ਉਸ ਹੈਟ੍ਰਿਕ ਕਰਕੇ ਉਹ ਮੈਚ ਅਸੀਂ ਜਿੱਤਿਆ ਸੀ। 3-1 ਤੇ ਮੈਚ ਜਿੱਤਿਆ। 3 ਗੋਲ ਵਰਿੰਦਰ ਕਟਾਰੀਆ ਨੇ ਕੀਤੇ। ਉਹ ਹਰਿਦੁਆਰ ਦੀ ਰਹਿਣ ਵਾਲੀ ਤੇ ਦਲਿਤ ਪਰਿਵਾਰ ਦੇ ਵਿੱਚੋਂ ਹੈ। ਜਦੋਂ ਅਸੀਂ ਸੈਮੀਫਾਈਨਲ ਦਾ ਮੈਚ ਹਾਰਿਆ ਅਰਜਨਟਾਈਨਾ ਤੋਂ, ਉਹਦੇ ਘਰ ਦੇ ਸਾਹਮਣੇ ਕੱਲ ਜਿਹੜੇ ਆਲੇ ਦੁਆਲੇ ਦੇ ਕੁਝ ਲੋਕ ਸੀ, ਜਾਤੀਵਾਦੀ ਕੱਟੜ ਕਿਸਮ ਦੇ, ਆਪਣੇ ਆਪ ਨੂੰ ਬਹੁਤ ਹਿੰਦੂ ਕੱਟੜ ਕਹਿੰਦੇ ਸੀ, ਉਹਨਾਂ ਨੇ ਮੁਜ਼ਾਹਰਾ ਕੀਤਾ, ਗਾਲਾਂ ਕੱਢੀਆਂ ਵੀ ਇਹ ਵਰਿੰਦਰ ਕਟਾਰੀਆ ਤੇ ਇਹਦੇ ਵਰਗੀਆਂ ਜਿਹੜੀਆਂ ਹੋਰ ਦਲਿਤ ਕੁੜੀਆਂ ਹੈ ਜਿਹੜੀ ਟੀਮ 'ਚ ਖੇਡਦੀਆਂ, ਉਹਦੇ ਕਰਕੇ ਅਸੀਂ ਸੈਮੀਫਾਈਨਲ ਹਾਰੇ। ਇਹ ਸਾਡੇ ਦੇਸ਼ ਦੀ ਹਾਲਤ ਹੈ। ਅਸੀਂ ਕਿੱਥੇ ਜਾਵਾਂਗੇ, ਕਿੱਥੇ ਤਰੱਕੀ ਕਰਾਂਗੇ? ਤੇ ਇਹ ਹਾਲਤ ਇਸ ਕਰਕੇ ਹੈ ਕਿ ਸਰਕਾਰ ਏਦਾਂ ਦੇ ਅਨਸਰ ਜਿਹੜੇ ਹੈ ਉਹਨਾਂ ਨੂੰ ਪ੍ਰੋਟੈਕਟ ਕਰਦੀ।
ਜੇ ਸਰਕਾਰ ਦੇ ਮੰਤਰੀ ਜਦੋਂ ਏਦਾਂ ਦੀਆਂ ਗੱਲਾਂ ਕਰਨਗੇ ਕਿਸੇ ਦੇ ਵੀ ਬਾਰੇ, ਸੁਸਾਇਟੀ ਦੇ ਵਿੱਚ ਬਹੁਤ ਕੁਝ ਜਿਹੜਾ ਹੁੰਦਾ ਉਹਦੇ ਤੇ ਏਦਾਂ ਦੀਆਂ ਖਤਰਨਾਕ ਟਿੱਪਣੀਆਂ ਕਰਨਗੇ, ਤਾਂ ਫਿਰ ਜਿਹੜੇ ਗਲੀ ਦੇ ਗੁੰਡੇ ਟਾਈਪ ਜਿਹੜੇ ਇਸ ਤਰ੍ਹਾਂ ਦੇ ਟੁੱਚੇ ਕਿਸਮ ਦੇ ਲੋਕ ਹੈ, ਉਹਨਾਂ ਨੇ ਵੀ ਉਹੀ ਕੁਝ ਕਰਨਾ। ਸਵਾਲ ਕੀਤਾ ਜਾ ਸਕਦਾ ਹੈ ਵੀ ਸੈਮੀਫਾਈਨਲ ਤੁਸੀਂ ਕਹਿੰਦੇ ਹੋ ਬਲਜਿੰਦਰ ਕਟਾਰੀਆ ਜਾਂ ਦਲਿਤ ਕੁੜੀਆਂ ਜਾਂ ਪਛੜੇ ਸ਼੍ਰੇਣੀ ਦੀਆਂ ਕੁੜੀਆਂ ਖੇਡਦੀਆਂ, ਉਹਦੇ ਕਰਕੇ ਅਸੀਂ ਹਾਰੇ ਹਾਂ। ਪਰ ਸਵਾਲ ਇਹ ਹੈ ਕਿ ਸੈਮੀਫਾਈਨਲ ਤੱਕ ਪਹੁੰਚੇ ਕਿਹਦੇ ਕਰਕੇ? ਕੀ ਕੋਈ ਉੱਥੇ ਕੋਈ ਬਹੁਤ ਅਮੀਰ ਟੱਬਰ ਦਾ ਕੋਈ ਨਿਆਣਾ ਇਹਨਾਂ ਟੀਮਾਂ 'ਚ ਖੇਡਦਾ? ਇਸ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਜਿੱਦਾਂ ਓਲੰਪਿਕ ਦੇ ਵਿੱਚ ਵੀ ਓਵਰਆਲ ਜਿਹੜੀਆਂ ਸਫਿਸਟੀਕੇਟਡ ਗੇਮਸ ਨਹੀਂ ਹੈਗੀਆਂ, ਮਤਲਬ ਤੁਸੀਂ ਨਿਸ਼ਾਨੇਬਾਜ਼ੀ ਛੱਡ ਲਓ ਜਾਂ ਤੀਰਅੰਦਾਜ਼ੀ ਛੱਡ ਲਓ, ਜਿਹੜੀਆਂ ਜ਼ੋਰ ਅਜ਼ਮਾਇਸ਼ ਵਾਲੀਆਂ ਖੇਡਾਂ ਨੇ, ਭਾਵੇਂ ਟੈਕਨੀਕ ਬਹੁਤ ਇੰਪੋਰਟੈਂਟ ਹੈ ਅੱਜ ਕੱਲ੍ਹ, ਪਰ ਜਿਹਦੇ 'ਚ ਦਮ ਲੱਗਦਾ ਹੈ, ਇਹਨਾਂ ਖੇਡਾਂ ਦੇ ਵਿੱਚ ਆਮ ਬੰਦੇ ਦਾ ਧੀ ਪੁੱਤ ਖੇਡਦਾ ਹੈ। ਇਹਦੇ 'ਚ ਕਿਸੇ ਖਾਸ ਵਰਗ ਦੇ ਲੋਕ ਨਹੀਂ ਹੁੰਦੇ। ਨਿਸ਼ਾਨੇਬਾਜ਼ੀ ਹੋ ਸਕਦਾ ਹੈ ਵੀ ਅਭਿਨਵ ਬਿੰਦਰਾ ਹੋਵੇ ਜਿਹਦੇ ਪਰਿਵਾਰ ਨੇ ਲੱਖਾਂ ਰੁਪਏ ਆਪਣੀ ਨੂੰ ਸ਼ੂਟਿੰਗ ਰੇਂਜ ਬਣਾ ਕੇ ਦਿੱਤੀ ਹੋਵੇ, ਪਰ ਹਾਕੀ ਜਾਂ ਮੁੱਕੇਬਾਜ਼ੀ ਜਾਂ ਰੈਸਲਿੰਗ, ਇਹ ਸਾਰੇ ਜਿਹੜੇ ਆ ਇਹ ਸਧਾਰਨ ਲੋਕ ਨੇ ਜਿਨ੍ਹਾਂ ਦੇ ਧੀ ਪੁੱਤ ਖੇਡਦੇ ਨੇ, ਸਪੈਸ਼ਲੀ ਦਲਿਤ ਤੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਨੇ, ਆਰਥਿਕ ਤੌਰ ਤੇ ਟੁੱਟੇ ਹੋਏ ਲੋਕ ਨੇ, ਜਿਹੜੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਇੱਥੇ ਤੱਕ ਆਏ ਹੁੰਦੇ ਆ, ਜਿਹੜੇ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੁੰਦੇ ਆ, ਉਹ ਟੀਮਾਂ ਨੂੰ ਜਾਂ ਖੇਡਾਂ ਨੂੰ ਜਿਹੜੇ ਇੱਥੇ ਇੰਨੀ ਦੂਰ ਤੱਕ ਲੈ ਕੇ ਜਾਂਦੇ ਆ। ਸੋ ਇਹ ਸਾਡੇ ਮੁਲਕ ਦੀ ਹਾਲਤ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਠੀਕ ਹੈ, ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਧਾਨ ਹੈ ਬੀਬੀ ਜਗੀਰ ਕੌਰ, ਮੈਨੂੰ ਪਤਾ ਨਹੀਂ ਉਹ ਇੰਪਲੀਮੈਂਟ ਸਾਰੀ ਟੀਮ ਤੇ ਕਰਨਗੇ ਕਿ ਨਹੀਂ, ਪਰ ਜਿਹੜਾ ਉਹਨਾਂ ਦਾ ਬਿਆਨ ਆਇਆ ਕਿ 1 ਕਰੋੜ ਰੁਪਈਆ ਅਸੀਂ ਦੇਣਾ ਹੈ, ਤੇ ਨਾਲ ਉਹਨਾਂ ਨੇ ਕਿਹਾ ਕਿ 5-5 ਲੱਖ ਰੁਪਈਆ ਹਰੇਕ ਖਿਡਾਰੀ ਨੂੰ ਦੇਵਾਂਗੇ, ਤੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ। ਅਗਲਾ ਲਫ਼ਜ਼ ਨਹੀਂ ਮੈਂ ਪੜਿਆ ਵੀ ਕੀ ਉਹਨਾਂ ਦਾ ਭਾਵ ਹੈ ਕਿ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਊਗਾ, ਵੀ ਕੇਵਲ ਪੰਜਾਬੀਆਂ ਨੂੰ ਦਿੱਤਾ ਜਾਏਗਾ ਜਾਂ ਸਾਰੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਉਹ ਪੈਸੇ। ਪਰ ਪੰਜਾਬ ਗੌਰਮੈਂਟ ਨੇ ਜੋ ਕੀਤਾ ਵੀ ਠੀਕ ਹੈ, ਜਿਹੜੇ ਪੰਜਾਬੀ ਖਿਡਾਰੀ ਹੈ ਉਹਨਾਂ ਨੂੰ 1 ਕਰੋੜ ਰੁਪਏ ਦੇਵਾਂਗੇ। ਇਹ ਮੈਨੂੰ ਲੱਗਦਾ ਤੁਹਾਡੀ ਗੱਲ 100 ਨਹੀਂ 1000% ਠੀਕ ਹੈ ਵੀ ਉੱਥੇ 5-10 ਕਰੋੜ ਰੁਪਏ ਨਾਲ ਹੋਰ ਕੀ ਫਰਕ ਪੈ ਜਾਣਾ ਸੀ ਜੇ ਸਾਰੀ ਟੀਮ ਨੂੰ 16 ਖਿਡਾਰੀ ਹੈ ਤੇ ਬਾਕੀ ਉਹਦੀ ਜਿਹੜਾ ਕੋਚਿੰਗ ਟੀਮ ਹੈ ਉਹਨੂੰ ਵੀ ਜੇ ਉਹ ਜਿਹੜਾ ਬਰਾਬਰ ਦਾ ਹਿੱਸਾ ਦਿੱਤਾ ਜਾਂਦਾ ਤੇ ਸ਼ਾਇਦ ਪੰਜਾਬ ਦੀ ਵੀ ਸੋਭਾ ਹੁੰਦੀ, ਜਿੱਦਾਂ ਅਸੀਂ ਅੱਜ ਉੜੀਸਾ ਦੀ ਸੋਭਾ ਕਰ ਰਹੇ ਹਾਂ। ਦੂਜੀ ਗੱਲ ਹੈ ਕਿ ਤੁਸੀਂ ਜਿੱਤਣ ਤੋਂ ਬਾਅਦ ਦਿੰਦੇ ਹੋ, ਨੌਕਰੀਆਂ ਵੀ ਦਿੰਦੇ ਹੋ, ਚੰਗੀ ਗੱਲ ਹੈ, ਸਾਡੇ ਬੱਚਿਆਂ ਨੂੰ ਉਹਦੀ ਜ਼ਰੂਰਤ ਵੀ ਹੈ, ਪਰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਪੰਜਾਬ ਗੌਰਮੈਂਟ ਦੀ ਕੀ ਭੂਮਿਕਾ ਹੈ? ਪੰਜਾਬ ਸਰਕਾਰ ਦੀ ਆਪਣੀ ਜਿਹੜੀ ਖੇਡ ਦੀ ਨੀਤੀ ਕੀ ਹੈ? ਜਾਂ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਨਰਿੰਦਰ ਮੋਦੀ ਜਿਹਨੇ 15 ਅਗਸਤ ਨੂੰ ਕਾਲ ਕਰ ਲਿਆ ਵੀ ਸਪੈਸ਼ਲ ਜੀ ਟ੍ਰੀਟ ਕਰਨਾ ਜੀ ਸਾਡੇ ਜਿਹੜੇ ਖਿਡਾਰੀ ਆ ਓਲੰਪਿਕ ਦੇ, ਉਦੋਂ ਬੜੀਆਂ ਗੱਲਾਂ ਵੀ ਕਰਦੀਆਂ, ਟੈਲੀਫੋਨ ਵੀ ਕਰ ਲਿਆ ਮਨਪ੍ਰੀਤ ਨੂੰ ਜਿਹੜਾ ਕੈਪਟਨ ਹੈ, ਪਰ ਇਹ ਟੈਲੀਫੋਨ ਤੱਕ ਤੁਹਾਨੂੰ ਪਹੁੰਚਾਇਆ ਜਿਹਨਾਂ ਖਿਡਾਰੀਆਂ ਨੇ ਜਾਂ ਜਿਹਨਾਂ ਹਾਲਤਾਂ ਨੇ ਉਹਦੇ 'ਚ ਤੁਹਾਡਾ ਕਿੰਨਾ ਹਿੱਸਾ ਹੈ? ਭਾਰਤ ਦੀ ਖੇਡ ਨੀਤੀ ਕੀ ਆ? ਉਧਰ ਭਾਰਤ ਕਿੱਥੇ ਸੀ ਜਾਂ ਨਰਿੰਦਰ ਮੋਦੀ ਕਿੱਥੇ ਸੀ ਜਿਸ ਦਿਨ ਇਹਨਾਂ ਬੱਚਿਆਂ ਨੂੰ ਜ਼ਰੂਰਤ ਸੀ ਤੇ ਉਹਨਾਂ ਨੇ ਇਹਨਾਂ ਦੀ ਬਾਂਹ ਨਹੀਂ ਫੜੀ ਤੇ ਉੜੀਸਾ ਦੀ ਸਰਕਾਰ ਨੂੰ ਇਹਨਾਂ ਦੀ ਬਾਂਹ ਫੜਨੀ ਪਈ? ਇਹ ਵੱਡੇ ਸਵਾਲ ਨੇ, ਇਹਨਾਂ ਦਾ ਜਵਾਬ ਇਹਨਾਂ ਨੇ ਕਦੇ ਦੇਣਾ ਹੀ ਨਹੀਂ ਹੈ। ਹਾਂ, ਬੱਲੇ ਬੱਲੇ ਜ਼ਰੂਰ ਕਰਾਉਣਗੇ। ਸਾਰੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਵੀ ਟਵੀਟ ਆ ਗਿਆ ਜੀ, ਕੈਪਟਨ ਅਮਰਿੰਦਰ ਦਾ ਵੀ ਟਵੀਟ ਆ ਗਿਆ। ਕੈਪਟਨ ਅਮਰਿੰਦਰ ਵੀ ਦੂਨ ਸਕੂਲ 'ਚ ਪੜ੍ਹੇ ਆ, ਉਸੇ ਦੂਨ ਸਕੂਲ ਦੇ ਵਿੱਚ ਜਿਹਦੇ ਵਿੱਚ ਨਵੀਨ ਪਟਨਾਇਕ ਪੜ੍ਹੇ, ਤੇ ਨਵੀਨ ਪਟਨਾਇਕ ਨੇ ਕੀ ਕੀਤਾ, ਚੁੱਪ ਚਪੀਤੇ ਬਿਨਾਂ ਮੀਡੀਆ 'ਚ ਆਇਆ ਤੇ ਕੈਪਟਨ ਅਮਰਿੰਦਰ ਟਵੀਟ ਕਰਦੇ ਆ। ਸੋ ਇਹ ਫਰਕ ਹੈ ਜੀ। ਬਿਲਕੁਲ ਬਿਲਕੁਲ ਦਸਾਂਝ ਸਾਹਿਬ, ਤੁਸੀਂ ਬਿਲਕੁਲ ਸਾਰੇ ਹੀ ਜਿੰਨੇ ਪੁਆਇੰਟ ਆਏ ਆ ਬਹੁਤ ਹੀ ਮਹੱਤਵਪੂਰਨ ਨੇ, ਔਰ ਖਾਸ ਕਰਕੇ ਜਿਹੜਾ ਤੁਸੀਂ ਅਦਾਲਤਾਂ ਵਾਲਾ ਤੇ ਦੂਜਾ ਕੀਤਾ, ਜਿੱਥੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹ ਸਧਾਰਨ ਵਰਗ ਦੇ ਬੱਚੇ ਨੇ ਜਿਹੜੇ ਸੰਘਰਸ਼ ਕਰ ਸਕਦੇ ਨੇ ਤੇ ਕਰਕੇ ਉਹਨਾਂ ਦਾ ਜਿਹੜਾ ਇੰਨਾ ਜ਼ਿਆਦਾ ਮਾਨਸਿਕ ਤੌਰ ਤੇ ਸਟਰੋਂਗ ਹੁੰਦੇ ਨੇ ਕਿ ਇੰਨੀਆਂ ਕਮੀਆਂ ਪੇਸ਼ੀਆਂ ਦੇ ਬਾਵਜੂਦ ਵੀ ਉਹ ਅਗਰ ਇੱਥੇ ਪਹੁੰਚੇ ਨੇ, ਜਿੱਤ ਪ੍ਰਾਪਤ ਕਰਕੇ ਆਏ ਨੇ, ਜਾਂ ਜਿੱਤ ਨਹੀਂ ਵੀ ਪ੍ਰਾਪਤ ਕੀਤੀ, ਓਲੰਪਿਕਸ 'ਚ ਵੀ ਪਹੁੰਚੇ ਨੇ, ਤੇ ਉਹ ਇੱਕ ਬਹੁਤ ਵੱਡੀ ਗੱਲ ਹੈ। ਤੇ ਜਿਹੜੇ ਲੋਕਾਂ ਦੀ ਤੁਸੀਂ ਦੂਜਿਆਂ ਦੀ ਗੱਲ ਕਰ ਰਹੇ ਹੋ ਉਹ ਉਨੇ ਹੀ ਮਾਨਸਿਕ ਤੌਰ ਤੇ ਕਮਜ਼ੋਰ ਤੇ ਰੋਗੀ ਵਿਅਕਤੀ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਵੀ ਪ੍ਰੋਟੈਕਟ ਕਰਦੀ ਆ। ਇਹੋ ਜਿਹੇ ਮਾਨਸਿਕ ਰੋਗੀਆਂ ਨੂੰ ਮੇਰੇ ਖਿਆਲ ਇਗਨੋਰ ਹੀ ਕਰਨਾ ਬੈਟਰ ਆ। ਅਸੀਂ ਲੋਕ ਬੋਲ ਸਕਦੇ ਹਾਂ ਪਰ ਸਾਡਾ ਕੋਈ ਵੱਸ ਨਹੀਂ ਚੱਲਦਾ ਕਿ ਅਸੀਂ ਉਹਨਾਂ ਨੂੰ ਜਾ ਕੇ ਰੋਕੀਏ। ਸਰਕਾਰ ਜਦੋਂ ਉਹਨਾਂ ਦੀ ਪਿੱਠ ਪਿੱਛੇ ਹੈ, ਤੰਤਰ ਉਹਨਾਂ ਦੀ ਪਿੱਠ ਪਿੱਛੇ ਹੈ, ਸਿਸਟਮ ਸਾਰਾ ਉਹਨਾਂ ਦੇ ਨਾਲ ਹੈ, ਤੇ ਫਿਰ ਕੀ ਕੀਤਾ ਜਾ ਸਕਦਾ ਹੈ? ਵਿਰੋਧ ਲਈ ਆਪਾਂ ਸ਼ਬਦ ਵੀ ਬੋਲ ਸਕਦੇ ਹਾਂ। ਜੀ ਜੀ, ਮੈਂ ਇੱਕ ਦੋ ਗੱਲਾਂ ਹੋਰ ਕਰਨੀਆਂ ਚਾਹੁੰਦਾ ਕਿਉਂਕਿ ਫਿਰ ਸ਼ਾਇਦ ਤੁਸੀਂ ਕੁਝ ਹੋਰ ਸਵਾਲ ਕਰੋਗੇ ਸਪੋਰਟਸ ਬਾਰੇ ਸਪੈਸ਼ਲੀ।
ਪ੍ਰੋਫੈਸਰ ਜਗੀਰ ਕਾਲੋਂ ਨੇ ਸ਼ਾਇਦ ਕਾਫੀ ਗੱਲਾਂ ਕੀਤੀਆਂ ਹੋਣਗੀਆਂ। ਮੈਂ ਤਾਂ ਕੁਝ ਰਿਐਲਿਟੀਜ਼ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਦੇਸ਼ ਦੀ ਸਾਡੀ ਕੋਈ ਖੇਡ ਨੀਤੀ ਨਹੀਂ ਹੈ। ਕਦੇ ਨਹੀਂ ਸਾਡੀ ਸਰਕਾਰ ਨੇ ਦੱਸਿਆ ਕਿ ਬਜਟ ਦੇ ਵਿੱਚ ਵੀ ਬਹੁਤੀ ਗੱਲਾਂ ਨਹੀਂ ਆਉਂਦੀਆਂ ਵੀ ਐਜੂਕੇਸ਼ਨ ਦਾ ਬਜਟ ਦੇ ਵਿੱਚ ਕਿੰਨਾ ਹਿੱਸਾ ਆਉਂਦਾ। ਆਪਾਂ ਨੂੰ ਪਤਾ ਹੈ ਹੈਲਥ ਦਾ, ਜਿਹੜੇ ਸਾਡੇ ਥੰਮ ਨੇ, ਸਾਡੇ ਹਰ ਸੁਸਾਇਟੀ ਦੇ ਥੰਮ ਹੁੰਦੇ ਨੇ 2 ਸੈਕਟਰ, ਸਪੈਸ਼ਲੀ ਹੈਲਥ ਤੇ ਐਜੂਕੇਸ਼ਨ, ਤੇ ਨਾਲ ਜੇ ਆਪਾਂ ਸਪੋਰਟਸ ਵੀ ਜੋੜ ਲਈਏ, ਉਹ ਵੀ ਇੱਕ ਨਿਰੋਗੀ ਤੇ ਨਰੋਈ ਜਿਹੜੀ ਸਾਡੀ ਸਮਾਜ ਦੀ ਬਣਤਰ ਹੈ, ਉਹਦੇ ਵਿੱਚ ਖੇਡਾਂ ਵੀ ਲਗਭਗ ਬਰਾਬਰ ਦਾ ਹਿੱਸਾ ਪਾਉਂਦੀਆਂ। ਸੋ ਖੇਡਾਂ ਲਈ ਵੀ ਸਾਡੇ ਕੋਲ ਕੀ ਹੈ, ਸਾਡੇ ਨਾ ਬਜਟ ਦੇ ਵਿੱਚ ਸਾਨੂੰ ਕਦੀ ਦਿਖਾਈ ਦਿੱਤਾ ਤੇ ਨਾ ਹੀ ਸਾਡੀ ਜਿਹੜੀ ਖੇਡ ਨੀਤੀ ਸਾਡੇ ਸਾਹਮਣੇ ਜਿਹੜੀ ਓਪਨ ਹੋਈ ਆ ਕਦੀ, ਵੀ ਉਹਦੇ ਚ ਕੀ ਅਸੀਂ ਕਰਦੇ ਆ, ਕੀ ਨਹੀਂ ਕਰਦੇ। ਪਰ ਜੋ ਦਿਖਾਈ ਦਿੰਦਾ ਉਹ ਇਹ ਹੈ ਵੀ ਅਸੀਂ ਕੀ ਕਰਦੇ ਹਾਂ ਵੀ ਮੈਂ ਪ੍ਰੋਫੈਸਰ ਜਗੀਰ ਕਾਲੋਂ ਮੇਰੇ ਨਾਲ ਸਹਿਮਤ ਹੋਣਗੇ। ਪ੍ਰਾਇਮਰੀ ਤੋਂ ਜਦੋਂ ਹੌਲੀ ਹੌਲੀ ਹਾਇਰ ਐਜੂਕੇਸ਼ਨ ਵੱਲ ਵੱਧਦੇ ਆ, ਹਾਈ ਸਕੂਲ ਚ ਜਾਂਦੇ ਆ ਤੇ ਦੇਖਦੇ ਆ ਕਿ ਉੱਥੇ ਨਾ ਤਾਂ ਸਾਡੇ ਕੋਲ ਕੋਈ ਸਹੂਲਤ ਹੈ ਕਿਸੇ ਕਿਸਮ ਦੀ। ਕਈ ਸਕੂਲਾਂ ਦੇ ਵਿੱਚ ਤਾਂ ਗਰਾਊਂਡਸ ਹੀ ਨਹੀਂ ਹੁੰਦੀਆਂ। ਚਲੋ ਸਾਡਾ ਪਿੰਡ ਖੁਸ਼ਕਿਸਮਤ ਹੈ ਵੀ ਸਾਡੇ ਕੋਲ ਗਰਾਊਂਡਸ ਵੀ ਸੀ, ਪਰ ਉੱਥੇ ਵੀ ਇੱਕ ਸਾਡਾ ਜਿਹੜਾ ਟੀਚਰ ਹੈ ਉਹੀ ਸਾਡਾ ਕੋਚ ਹੈ, ਜਿਹੜਾ ਪੀਟੀ ਟੀਚਰ ਜਿਹਨੂੰ ਆਪਾਂ ਕਹਿੰਦੇ ਆ। ਕੋਈ ਸਪੈਸ਼ਲ ਕੋਚਿੰਗ ਨਹੀਂ ਹੈ ਕਿਸੇ ਕਿਸਮ ਦੀ। ਤੇ ਫਿਰ ਉੱਥੇ ਸਹੂਲਤਾਂ ਦੇ ਨਾਂ ਦੇ ਉੱਤੇ ਖੇਡਣ ਤੋਂ ਬਾਅਦ ਸਾਨੂੰ ਇੱਕ ਆਇਰਨ ਦੀ ਗੋਲੀ ਦੇ ਦਿੱਤੀ ਜਾਂਦੀ ਹੈ। ਸਾਨੂੰ ਨਹੀਂ ਪਤਾ ਹੁੰਦਾ ਆਇਰਨ ਦੀ ਗੋਲੀ ਕੀ ਹੈ, ਤੇ ਨਿਆਣੇ ਹੁੰਦੇ ਖਾ ਖੂ ਲੈਂਦੇ ਸੀ। ਪਰ ਜੇ ਸੱਟ ਲੱਗ ਜਾਣੀ ਹੈ ਤੇ ਸਾਡੇ ਉਹ ਨੀਲੀ ਜਿਹੀ ਦਵਾਈ ਲਾ ਦਿੰਦੇ ਜਿਹੜੀ ਸਕੂਲ ਦੀ ਡਿਸਪੈਂਸਰੀ ਚ ਹੁੰਦੀ ਹੈ। ਹੁਣ ਤਾਂ ਸਕੂਲਾਂ ਦੀ ਡਿਸਪੈਂਸਰੀਆਂ ਵੀ ਖਤਮ ਹੋ ਗਈਆਂ। ਸਾਡੇ ਵੇਲੇ ਕਿਤੇ ਕਿਤੇ ਮਾੜਾ ਮੋਟਾ ਸੀਗਾ ਏਦਾਂ ਦਾ। ਤੇ ਰਿਫਰੈਸ਼ਮੈਂਟ ਦੇ ਨਾਂ ਦੇ ਉੱਤੇ ਸਾਨੂੰ ਜ਼ੋਨਲ ਟੂਰਨਾਮੈਂਟ ਦੇ ਵਿੱਚ ਲਿਜਾਣਾ ਹੈ ਜਾਂ ਡਿਸਟ੍ਰਿਕਟ ਟੂਰਨਾਮੈਂਟ ਚ ਲਿਜਾਣਾ ਹੈ, ਤੇ ਜਿਹੜੀ ਰਿਫਰੈਸ਼ਮੈਂਟ ਦੇ ਨਾਂ ਦੇ ਉੱਤੇ ਭਾਵੇਂ ਟੀਚਰ ਨੂੰ ਪੈਸੇ ਕੁਝ ਜ਼ਿਆਦਾ ਦਿੱਤੇ ਹੋਣਗੇ, ਦੁੱਧ ਤੇ ਕੇਲੇ ਲਈ ਦਿੱਤੇ ਹੋਣਗੇ, ਪਰ ਦੁੱਧ ਦੀ ਥਾਂ ਤੇ ਸਾਨੂੰ ਚਾਹ ਦੇ ਕੱਪ ਦੇ ਨਾਲ 2 ਕੇਲੇ ਖਵਾ ਦੇਣੇ ਆ। ਤੇ ਫਿਰ ਉਮੀਦ ਇਹ ਕਰਨੀ ਹੈ ਵੀ ਇਹ ਖਿਡਾਰੀ ਏਦਾਂ ਦਾ ਬਣ ਜਾਵੇ ਸਾਡੇ ਸਕੂਲ ਦਾ ਵੀ ਭਵਿੱਖ ਦੇ ਵਿੱਚ ਓਲੰਪਿਕ ਦਾ ਮੈਡਲ ਜਿੱਤ ਕੇ ਆਵੇ। ਇਹ ਮੈਂ ਥੱਲੇ ਦੀ ਗੱਲ ਕੀਤੀ ਹੈ। ਇਹ ਥੱਲੇ ਦੀ ਇਸ ਕਰਕੇ ਕੀਤੀ ਹੈ ਕਿ ਇਹ ਸਿਸਟਮ ਦਾ ਪਾਰਟ ਹੈ, ਉੱਪਰੋਂ ਲੈ ਕੇ ਥੱਲੇ ਤੱਕ ਆਹੀ ਕੁਝ ਹੈ। ਤੇ ਅਗਲੀ ਗੱਲ ਮੈਂ ਦੱਸਦਾ ਤੁਹਾਨੂੰ ਵੀ ਹਾਕੀ ਦੀ ਗੱਲ ਆਪਾਂ ਕਰੀਏ। ਕਿਸੇ ਵੇਲੇ ਹਾਕੀ ਦੇ ਵਿੰਗ ਹੁੰਦੇ ਸੀ ਪੰਜਾਬ ਦੇ ਵਿੱਚ, ਜਿੱਦਾਂ ਸਾਡੇ ਪਿੰਡ ਦੁਆਬੇ ਦੇ ਵਿੱਚ ਸ੍ਰੀ ਸ਼ੰਕਰ ਇੱਕ ਪਿੰਡ ਹੈ, ਸ੍ਰੀ ਵਿੰਗ ਹੁੰਦਾ ਸੀ। ਯਾਨੀ ਉੱਥੇ ਸਪੈਸ਼ਲੀ ਹਾਕੀ ਦੇ ਬੱਚੇ ਜਿਹੜੇ ਬਹੁਤ ਲੱਗਦਾ ਸੀ ਵੀ ਭਵਿੱਖ ਚ ਚੰਗੀ ਖੇਡ ਦਿਖਾਉਣਗੇ, ਵੱਡੇ ਸਟਾਰ ਬਣਗੇ, ਤੇ ਉਹਨਾਂ ਵਾਸਤੇ ਉਹ ਵਿੰਗ ਸਪੈਸ਼ਲ ਸੀ। ਇਹਦੇ ਸੰਸਾਰਪੁਰ ਜਲੰਧਰ ਕੈਂਟ ਦੀ ਵੱਖੀ ਚ ਹੈਗਾ ਪਿੰਡ ਛੋਟਾ ਜਿਹਾ, ਉੱਥੇ ਵੀ ਵਿੰਗ ਹੁੰਦਾ ਸੀ। ਇਸ ਵੇਲੇ ਅੱਜ ਅਸੀਂ ਇਸ ਗੱਲ ਦਾ ਮਾਣ ਕਰਦੇ ਹਾਂ ਵੀ 10 ਖਿਡਾਰੀ ਸੀ ਸਾਡੇ ਜੀ ਪੰਜਾਬੀ। ਇੱਕ ਓਲੰਪਿਕ ਦੇ ਵਿੱਚ ਇਕੱਲੇ ਸੰਸਾਰਪੁਰ ਦੇ 9 ਖਿਡਾਰੀ ਸੀ, ਇਕੱਲੇ ਉਸ ਇੱਕ ਪਿੰਡ ਦੇ, ਛੋਟੇ ਜਿਹੇ ਪਿੰਡ ਦੇ, ਟੀੜੀ ਦੇ ਪਹੁੰਚ ਜਿੰਨਾ ਪਿੰਡ ਹੈ, ਉੱਥੇ ਵਿੰਗ ਹੁੰਦਾ ਸੀ। ਉਹ ਵਿੰਗ ਵੀ ਚੱਕ ਲਿਆ ਗਿਆ, ਸ੍ਰੀ ਵਾਲਾ ਵਿੰਗ ਵੀ ਚੱਕ ਲਿਆ ਗਿਆ। ਫੁੱਟਬਾਲ ਦਾ ਵਿੰਗ ਹੁਸ਼ਿਆਰਪੁਰ ਜ਼ਿਲ੍ਹੇ ਚ ਹੁੰਦਾ ਸੀ, ਉਹ ਵੀ ਚੱਕ ਲਿਆ ਗਿਆ। ਕਿਤੇ ਕੋਈ ਵਿੰਗ ਨਹੀਂ ਹੈ, ਨਾ ਹਾਕੀ ਦਾ ਨਾ ਫੁੱਟਬਾਲ ਦਾ। ਸਪੋਰਟਸ ਕਾਲਜ ਦੇ ਪ੍ਰੋਫੈਸਰ ਰਹੇ ਨੇ ਪ੍ਰੋਫੈਸਰ ਜਗੀਰ ਕਾਲੋਂ, ਇਹ ਬਿਹਤਰ ਦੱਸ ਸਕਦੇ ਨੇ ਵੀ ਕਿਸੇ ਵੇਲੇ ਸਪੋਰਟਸ ਕਾਲਜ ਦੀ ਕਿੰਨੀ ਝੰਡੀ ਹੁੰਦੀ ਸੀ ਤੇ ਕਿੰਨੇ ਸਟਾਰ ਖਿਡਾਰੀ ਸਪੋਰਟਸ ਕਾਲਜ ਨੇ ਦਿੱਤੇ ਹੈ, ਤੇ ਅੱਜ ਸਪੋਰਟਸ ਕਾਲਜ ਕਿੱਥੇ ਹੈ ਤੇ ਉਹਦੀ ਕੀ ਸਥਿਤੀ ਹੈ। ਮਤਲਬ ਖੇਡਾਂ ਦਾ ਕਿਤੇ ਕੋਈ ਏਜੰਡਾ ਨਹੀਂ ਹੈ। ਸਾਡੀ ਜਿਹੜੀ ਸਪੋਰਟਸ ਦੀ ਜਿਹੜੀ ਸਾਡੀ ਇੰਡਸਟਰੀ ਹੈ ਜਲੰਧਰ ਵਾਲੀ, ਉਹ ਉੱਜੜ ਗਈ ਹੈ ਲਗਭਗ। ਦੁਨੀਆ ਭਰ ਤੋਂ ਸਪੋਰਟਸ ਦਾ ਜਿਹੜਾ ਸਮਾਨ ਬਣ ਕੇ ਹਰ ਖੇਡ ਦਾ ਉਹ ਜਲੰਧਰੋਂ ਜਾਂਦਾ ਸੀ। ਹਾਕੀ ਜਿਹੜੀ ਸਾਡੀ ਕੌਮੀ ਖੇਡ ਹੈ, ਹਾਕੀ ਬਹੁਤੀਆਂ ਟੀਮਾਂ ਜਿਹੜੀਆਂ ਹਾਕੀ ਜਿਹੜੀ ਆ ਉਹ ਜਲੰਧਰ ਦੀਆਂ ਬਣੀਆਂ ਵਰਤਦੀਆਂ ਸੀ, ਤੇ ਅੱਜ ਕੁਝ ਨਹੀਂ ਹੈ ਸਾਡੇ ਕੋਲ, ਉੱਜੜ ਗਿਆ ਸਾਰਾ ਕੁਝ। ਤੇ ਉਜਾੜਨ ਦੇ ਵਿੱਚ ਚਾਹੇ ਉਹ ਕੇਂਦਰ ਸਰਕਾਰ ਹੈ, ਚਾਹੇ ਵੱਖ-ਵੱਖ ਸੂਬਾਈ ਸਰਕਾਰਾਂ, ਉਹਨਾਂ ਦੀ ਵੱਡੀ ਜ਼ਿੰਮੇਵਾਰੀ। ਬਿਲਕੁਲ ਜੀ, ਜਿਹੜਾ ਸਿਸਟਮ ਹੈ, ਜਦੋਂ ਆਪਾਂ ਹਰ ਰੋਜ਼ ਹੀ ਬਾਕੀ ਚੀਜ਼ਾਂ ਡਿਸਕਸ ਕਰਦੇ ਹਾਂ, ਸਪੋਰਟਸ ਦਾ ਮੌਕਾ ਘੱਟ ਮਿਲਦਾ। ਸਪੋਰਟਸ ਤੇ ਹੁਣ ਓਲੰਪਿਕ ਕਰਕੇ ਆਪਾਂ ਗੱਲ ਕਰ ਰਹੇ ਹਾਂ। ਨੀਤੀ ਤਾਂ ਕਿਸੇ ਫੀਲਡ ਵਿੱਚ ਵੀ ਨਹੀਂ ਹੈ ਨਾ ਸਰਕਾਰਾਂ ਦੀ। ਡੰਗ ਟਪਾਊ ਨੀਤੀ ਜਿਹਨੂੰ ਕਹਿੰਦੇ ਆ, ਉਹ ਹੀ ਹੈ ਜਿਹੜਾ ਹੁਣ ਨਾਮ ਜਿਹੜਾ ਵੀ ਡੰਗ ਟਪਾਊ ਨੀਤੀ ਦਾ ਹੀ ਇੱਕ ਹਿੱਸਾ ਨੇ। ਇਹ ਕੋਈ ਬਹੁਤ ਵੱਡਾ ਆਪਣੇ ਸਪੋਰਟਸ ਸੈਕਟਰ ਨੂੰ ਹੁਲਾਰਾ ਦੇ ਦੇਣਗੇ, ਇਹਦਾ ਕੋਈ ਮਤਲਬ ਨਹੀਂ ਆ। ਔਰ ਦੂਜਾ ਜਿਹੜਾ ਤੁਸੀਂ ਬਜਟ ਦੀ ਗੱਲ ਕੀਤੀ ਆ, ਬਜਟ ਜਿਹੜੇ ਬਹੁਤ ਇੰਪੋਰਟੈਂਟ ਚੀਜ਼ਾਂ ਨੇ, ਜਿੱਦਾਂ ਤੁਸੀਂ ਸਪੋਰਟਸ ਦੀ ਗੱਲ ਕੀਤੀ ਆ, ਹੈਲਥ ਦੀ ਕੀਤੀ ਆ, ਐਜੂਕੇਸ਼ਨ ਦੀ ਕੀਤੀ ਆ, ਜਿਹੜੀਆਂ ਸਾਡੀਆਂ ਬੇਸਿਕ ਲੋੜਾਂ ਵੀ ਨੇ ਨਾਲ ਦੀ ਨਾਲ। ਹਾਲਾ ਪੰਜਾਬ ਬੜਾ ਕਹਿੰਦਾ ਸਿਹਤਮੰਦ ਪੰਜਾਬ, ਪਿੱਛੇ ਨਾਅਰਾ ਆਇਆ ਸੀ ਕੈਪਟਨ ਸਾਹਿਬ ਦਾ, ਸਿਹਤਮੰਦ ਪੰਜਾਬ। ਪਤਾ ਨਹੀਂ ਉਹ ਸਿਹਤਮੰਦ ਪੋਸਟਰਾਂ 'ਚ ਹੀ ਆ ਕਿ ਉੱਦਾਂ ਵੀ ਸਿਹਤਮੰਦ ਕਿਤੇ ਨਜ਼ਰ ਆਉਂਦਾ ਹੋਵੇਗਾ। ਪਰ ਜਦੋਂ ਬਜਟ ਆਉਂਦੇ ਆ, ਜਦੋਂ ਅੰਕੜੇ ਆਉਂਦੇ ਆ, ਕਦੀ ਨਹੀਂ ਦੱਸਦੇ ਕਿ ਸਾਡੇ ਟੋਟਲ ਬਜਟ ਦੀ ਕਿੰਨੇ ਪਰਸੈਂਟੇਜ ਅਸੀਂ ਐਜੂਕੇਸ਼ਨ 'ਤੇ ਖਰਚ ਰਹੇ ਹਾਂ, ਕਿੰਨੇ ਪਰਸੈਂਟੇਜ ਅਸੀਂ
ਆਪਣੇ ਹੈਲਥ ਤੇ ਖਰਚ ਰਹੇ ਆ। ਹਾਂ, ਵਧਾ ਕੇ ਦੱਸ ਦਿੱਤਾ ਜਾਂਦਾ ਹੈ ਕਿਉਂਕਿ ਬਜਟ ਦੀ ਰਾਸ਼ੀ ਹਰ ਸਾਲ ਵੱਧਦੀ ਆ। ਜੇ ਪਿਛਲੀ ਵਾਰ 15 ਕਰੋੜ ਸੀ ਤੇ ਐਰਕੀ 15 ਕਰੋੜ 300 ਲੱਖ ਰੁਪਈਆ ਜਿਹੜਾ ਉਹ ਖਰਚ ਰਹੇ ਆ ਜੀ। ਇਸ ਤਰ੍ਹਾਂ ਦੀ ਕੋਈ ਕਹਾਣੀ ਬਣਾ ਦਿੰਦੇ ਆ, ਫਿਗਰ ਇਦਾਂ ਦੀਆਂ ਆ ਜਾਂਦੀਆਂ ਨੇ ਕਿ ਪਿਛਲੇ ਸਾਲ ਨਾਲੋਂ ਵੱਧ ਖਰਚਤਾ ਸੀ ਬਜਟ ਦੇ। ਪਰ ਹੁੰਦਾ ਇਹ ਆ ਕਿ ਉਹਦੀ ਪਰਸੈਂਟੇਜ ਘਟਦੀ ਜਿਹੜੇ ਕਦੀ 20 25 15% ਤੱਕ ਹੁੰਦੇ ਸੀਗੇ ਵਿਭਾਗ, ਉਹ 2% 1% ਤੋਂ ਵੀ ਘੱਟ ਆ ਗਏ ਰੇਸ਼ੋ ਦੇ ਵਿੱਚ ਟੋਟਲ ਬਜਟ ਦੇ। ਇਸ ਕਰਕੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਉਦੋਂ ਵੀ। ਬਿਲਕੁਲ ਹਰਜੀਤ ਗਿੱਲ ਜੀ, ਦੇਖੋ ਜਿਹੜਾ ਬਜਟ ਦਾ ਮਾਮਲਾ ਹੈ ਉਹਦੇ 'ਚ ਜਿਹੜਾ ਸਭ ਤੋਂ ਜ਼ਿਆਦਾ ਮੂਰਖ ਬਣਾਇਆ ਜਾਂਦਾ ਨਾ ਜੀ, ਉਹ ਇਹ ਕਹਿ ਕੇ ਬਣਾਇਆ ਜਾਂਦਾ ਵੀ ਦੇਖੋ ਜੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਬੜਾ ਖਤਰਾ, ਦੇਸ਼ ਨੂੰ ਬਾਹਰੀ ਜਿਹੜੇ ਹਮਲੇ ਤੋਂ ਬੜਾ ਖਤਰਾ ਹੈ, ਇਸ ਕਰਕੇ ਅਸੀਂ ਜਿਹੜਾ ਸਾਡਾ ਸੁਰੱਖਿਆ ਦਾ ਬਜਟ ਹੈ ਨਾ ਜੀ ਉਹਦੇ ਤੇ ਜ਼ਿਆਦਾ ਜ਼ੋਰ ਦਿੰਦੇ। ਤੇ ਸੁਰੱਖਿਆ ਦੇ ਬਜਟ ਦੇ ਨਾਂ ਦੇ ਉੱਤੇ ਨੀਅਰ ਅਬਾਊਟ 36% ਟੋਟਲ ਬਜਟ ਦਾ ਜਿਹੜਾ ਆ ਉਹ ਸਾਹਮਣੇ ਲਿਆਂਦਾ ਜਾਂਦਾ ਵੀ 36% ਸੁਰੱਖਿਆ ਦੇ ਬਜਟ ਤੇ ਖਰਚ ਕਰਦਾ। ਤੇ ਜਿਹੜਾ ਸੁਰੱਖਿਆ ਦੇ ਬਜਟ ਤੇ ਖਰਚ ਹੁੰਦਾ 36%, ਉਹ ਜਿਹੜਾ ਸਧਾਰਨ ਸਾਡਾ ਜਿਹੜਾ ਸਰਹੱਦ ਤੇ ਸਾਡਾ ਜਿਹੜਾ ਜਵਾਨ ਖੜਾ ਉਹਦੇ ਲਈ ਨਹੀਂ, ਉਹਦੀ ਜੀਵਨ ਦੀ ਬਿਹਤਰੀ ਲਈ ਨਹੀਂ ਖਰਚ ਕੀਤਾ ਜਾਂਦਾ, ਜਾਂ ਉਹਦੀ ਤਨਖਾਹ ਜਾਂ ਭੱਤਿਆਂ ਵਾਸਤੇ ਖਰਚ ਕੀਤਾ ਜਾਂਦਾ ਹੋਵੇ, ਜਾਂ ਉਹ ਜਿਵੇਂ ਇੱਕੋ ਦੇਸ਼ ਦੇ ਵਿੱਚ ਰਹਿੰਦਾ ਹੋਇਆ ਪਤਾ ਨਹੀਂ ਕਿੱਥੇ ਕਿੱਥੇ ਸਾਰੇ ਮੁਲਕ ਦਾ ਭਰਮਣ ਕਰਦਾ, ਉਹਦਾ ਪਰਿਵਾਰ ਜਿਹੜਾ ਆ ਉਹ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ, ਜਿਹੜਾ ਪਰਿਵਾਰ ਨਹੀਂ ਜਾ ਸਕਦਾ ਉਹ ਆਪਣੇ ਪਿੰਡ ਦੇ ਵਿੱਚ ਉਹ ਵਿਚਾਰਾ ਉਡੀਕਦਾ ਰਹਿੰਦਾ ਸਾਰੀ ਉਮਰ, ਤੇ ਉਹ ਕਦੇ ਘਰ ਜਾਂਦਾ ਨਹੀਂ ਹੈ। ਇੱਕ ਸਾਡਾ ਜਵਾਨ ਜਿਹੜਾ ਹੈ ਤੇ ਹਾਲਤ ਬੁਰੀ ਹੋ ਜਾਂਦੀ ਹੈ, ਨਾ ਪਰਿਵਾਰ ਦਾ ਖਿਆਲ ਨਾ ਉਸ ਜਵਾਨ ਦਾ ਖਿਆਲ। ਜੇ ਤੁਸੀਂ ਇੱਕ ਡਾਟਾ ਕੱਢੋ ਨਾ ਕਿਤੇ ਵੀ ਜਿਹੜੇ ਸਾਡੇ ਜਵਾਨ ਨੇ ਉਹਨਾਂ ਦੇ ਜਿਹੜੇ ਤਨਖਾਹ ਭੱਤੇ ਕਿੰਨੇ ਨੇ, ਤੇ ਜਿਹੜੇ ਸਧਾਰਨ ਜਿਹੜੇ ਸਾਡੇ ਬਾਕੀ ਜਿਹੜੇ ਸਰਕਾਰੀ ਬਾਬੂ ਨੇ ਉਹਨਾਂ ਦੇ ਤਨਖਾਹ ਭੱਤੇ ਕੀ ਨੇ, ਤੇ ਤੁਹਾਨੂੰ ਐਡਾ ਵੱਡਾ ਅੰਤਰ ਦਿਖਾਈ ਦੇਊਗਾ। ਸ਼ਰਮ ਆਏਗੀ ਕਿ ਜਿਹੜੇ ਆਪਣਾ ਸਾਰਾ ਕੁਝ ਛੱਡ ਕੇ ਸਰਹੱਦਾਂ ਤੇ ਹੈ ਤੇ ਉਹਨਾਂ ਨਾਲ ਵੀ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਹੈ। ਨਾ ਉਹਨਾਂ ਦੀ ਖਾਣ ਪੀਣ ਦੀ ਸਹੀ ਵਿਵਸਥਾ, ਨਾ ਉਹਨਾਂ ਲਈ ਬਜਟ ਦੇ ਵਿੱਚ ਕੁਝ ਹੈ। ਉਹ ਜਿਹੜਾ 36% ਹਜ਼ਾਰ ਕਰੋੜ ਰੁਪਏ ਖਰਚ ਕੀਤਾ ਜਾਂਦਾ ਉਹ ਹਥਿਆਰਾਂ ਦੀ ਖਰੀਦੋ ਫਰੋਖਤ ਤੇ ਖਰਚ ਕੀਤਾ ਜਾਂਦਾ ਹੈ। ਜਿਵੇਂ ਹੁਣ ਅਮਰੀਕਾ ਤੋਂ ਕੁਝ ਨਵੀਆਂ ਮਿਜ਼ਾਈਲਾਂ ਲੈਣੀਆਂ ਜਾਂ ਰਾਫੇਲ ਜਹਾਜ਼ ਦਾ ਮਾਮਲਾ ਹੈ, ਉਹ ਸਾਰਾ ਬਜਟ ਉੱਧਰ ਠੋਕ ਦਿੱਤਾ ਜਾਂਦਾ ਤੇ ਉਹਦੇ ਵਿੱਚ ਕਮਿਸ਼ਨ ਦਰ ਕਮਿਸ਼ਨ ਪਤਾ ਨਹੀਂ ਕਿੰਨੇ ਕਮਿਸ਼ਨ ਪਏ ਆ, ਜਿਹਦੇ ਚ ਕਮਾਈਆਂ ਜਿਹੜੀਆਂ ਸਾਡੇ ਸਿਆਸੀ ਆਗੂ ਕਰਦੇ ਆ। ਇਹ ਰਿਐਲਿਟੀਜ਼ ਨੇ ਸਾਡੇ ਮੁਲਕ ਦੀਆਂ। ਤੇ ਫਿਰ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਤੁਸੀਂ ਉਮੀਦ ਕਰੋ ਵੀ ਇਹ ਲੋਕ ਸਪੋਰਟਸ ਵਾਸਤੇ ਕੋਈ ਸਪੈਸ਼ਲ ਕੁਝ ਕਰ ਸਕਦੇ ਆ, ਜਾਂ ਜਿਹੜੇ ਦੋ ਵੱਡੇ ਸਾਡੇ ਸੈਕਟਰ ਆ ਜਿਹਨੂੰ ਮੈਂ ਥੰਮੀਆਂ ਕਿਹਾ ਉਹ ਉਹਨਾਂ ਲਈ ਕੁਝ ਕਰ ਸਕਦੇ ਆ ਐਜੂਕੇਸ਼ਨ ਤੇ ਹੈਲਥ ਲਈ, ਤਾਂ ਏਦਾਂ ਬਸ ਇਹਦੀ ਤਵੱਕੋ ਕਰਨੀ ਸ਼ਾਇਦ ਹੁਣ ਅੱਜ ਕੱਲ੍ਹ ਜਿਹੜੀ ਆ ਗੁਨਾਹ ਹੋ ਗਿਆ। ਜੇ ਤੁਸੀਂ ਸਵਾਲ ਕਰੋਗੇ ਤੇ ਫਿਰ ਤੁਸੀਂ ਦੇਸ਼ ਚਲਾਓਗੇ। ਬਿਲਕੁਲ ਦਸਾਂਝ ਸਾਹਿਬ, ਬਿਲਕੁਲ ਇਹ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਥੋੜ੍ਹੀ ਜਿਹੀ ਆਪਾਂ ਬਾਕੀ ਭਾਰਤ ਦੀ ਰਾਜਨੀਤੀ ਬਾਰੇ ਵੀ ਗੱਲ ਕਰ ਰਹੀਏ। ਇੱਕ ਸੁਪਰੀਮ ਕੋਰਟ ਦੀ ਅੱਜ ਆਇਆ ਜੀ ਕਿ ਸੁਪਰੀਮ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਜਿਹੜਾ ਜਸੂਸੀ ਮਾਮਲਾ ਆ, ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜੇ ਸੱਚ ਹੈ ਤਾਂ ਫਿਰ ਇਹ ਬੜਾ ਹੀ ਗੰਭੀਰ ਮਾਮਲਾ ਹੈ। ਤੇ ਫਿਰ ਜੇ ਸੁਪਰੀਮ ਕੋਰਟ ਸਮਝਦੀ ਹੈ ਵੀ ਗੰਭੀਰ ਮਾਮਲਾ ਹੈ ਤੇ ਫਿਰ ਇਹਨੂੰ ਆਪਣੇ ਹੱਥ 'ਚ ਲੈ ਕੇ ਆਪਣੀ ਨਿਗਰਾਨੀ ਥੱਲੇ ਕਿਉਂ ਨਹੀਂ ਇਨਕੁਆਇਰੀ ਕਰਾ ਲੈਂਦੀ? ਕਿਉਂਕਿ ਜਿਹੜੇ ਹੈਗੇ ਨੇ ਇਸ ਵੇਲੇ ਪਾਵਰ ਦੇ ਵਿੱਚ, ਉਹ ਤਾਂ ਕਹਿ ਰਹੇ ਕਿ ਮਾਮਲਾ ਹੀ ਕੋਈ ਨਹੀਂ ਹੈਗਾ, ਇਹ ਤਾਂ ਐਵੇਂ ਜਾਣ ਕੇ ਬਣਾਇਆ ਹੋਇਆ ਮਾਮਲਾ। ਤੇ ਸੁਪਰੀਮ ਕੋਰਟ ਨੂੰ ਲੱਗਦਾ ਕਿ ਗੰਭੀਰ ਮਾਮਲਾ ਹੈ, ਤੇ ਫਿਰ ਸੁਪਰੀਮ ਕੋਰਟ ਹੋਰ ਵੀ ਤਾਂ ਕੰਮਾਂ 'ਚ ਕਰਦੀ, ਉਹ ਆਪਣੀ ਨਿਗਰਾਨੀ ਥੱਲੇ ਦੀ ਇਨਕੁਆਇਰੀ ਕਿਉਂ ਨਹੀਂ ਕਰਾ ਲੈਂਦੀ? ਮੈਨੂੰ ਲੱਗਦਾ ਸੁਪਰੀਮ ਕੋਰਟ ਵੀ ਕਿਤੇ ਕਿਤੇ ਰਾਜਨੀਤਿਕ ਹੋ ਗਈ ਆ, ਰਾਜਨੀਤੀ ਵਾਂਗੂ ਬਿਆਨ ਦੇ ਦਿੰਦੀ ਆ, ਅਮਲ ਉਹਦਾ ਵੀ ਕੁਝ ਨਹੀਂ ਹੁੰਦਾ। ਇਹਦੇ ਨਾਲ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਸੁਪਰੀਮ ਕੋਰਟ ਸਾਡੀ ਬੜੀ ਐਕਟਿਵ ਆ। ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਬਹੁਤ ਗੰਭੀਰ ਮਾਮਲਾ, ਤੇ ਫਿਰ ਕਿਉਂ ਨਹੀਂ ਉਹ ਇਹਦੀ ਇਨਕੁਆਇਰੀ ਆਪ ਹੀ ਜਿਹੜੀ ਉਹਨੂੰ ਕਰ ਦਿੰਦੇ? ਸਰਕਾਰ ਕਿੱਦਾਂ ਰੋਕ ਲੂਗੀ ਇਸ ਗੱਲ ਨੂੰ? ਦੇਖੋ, ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ। ਪਟੀਸ਼ਨ ਦੋ ਪੱਤਰਕਾਰਾਂ ਨੇ ਪਾਈ ਹੈ, ਇੱਕ ਸੰਸਥਾ ਨੇ ਵੀ ਪਾਈ ਹੈ, ਪਰ ਇੱਕ ਪੱਤਰਕਾਰ ਸਾਡੇ ਜਿਹੜੇ ਬੜੇ ਵੱਡੇ ਪੱਤਰਕਾਰ ਨੇ ਐਨ ਰਾਮ, ਉਹਨਾਂ ਨੇ ਪਟੀਸ਼ਨ ਪਾਈ। ਪਟੀਸ਼ਨ ਤੇ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜੇ ਦੋਸ਼ ਸੱਚੇ ਨੇ ਤਾਂ ਇਹ ਬਹੁਤ ਗੰਭੀਰ ਗੱਲ ਹੈ। ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੇ ਪਟੀਸ਼ਨ ਕਰਤਾ ਹੈ ਉਹਨਾਂ ਨੇ ਜੋ ਕੁਝ ਵੀ ਰੱਖਿਆ ਹੁਣ ਅਦਾਲਤ ਦੇ ਸਾਹਮਣੇ, ਇਹਦੀ ਇੱਕ ਕਾਪੀ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਤੇ ਸੂਬਾਈ ਸਰਕਾਰਾਂ ਨੂੰ ਜ਼ਰੂਰ ਭੇਜਣ, ਤਾਂ ਜੋ ਜਦੋਂ ਅਗਲੀ ਸੁਣਵਾਈ ਹੋਵੇ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਇਹਦਾ ਜਵਾਬ ਦੇਣ ਵਾਸਤੇ ਹਾਜ਼ਰ ਹੋ। ਇਹ ਸੁਪਰੀਮ ਕੋਰਟ ਨੇ ਕਿਹਾ। ਇਹ ਠੀਕ ਹੈ ਗੱਲ ਤੁਹਾਡੀ ਕਿ ਸੁਪਰੀਮ ਕੋਰਟ ਇਹ ਲੱਗਦਾ ਵੀ ਕਈ ਵਾਰੀ ਅਸੀਂ ਵੀ ਕਹਿੰਦੇ ਹਾਂ ਕਿ ਬਹੁਤ ਵਧੀਆ ਟਿੱਪਣੀਆਂ ਆਈਆਂ ਸੁਪਰੀਮ ਕੋਰਟ ਤੋਂ, ਪਰ ਕੋਈ ਹੁਕਮ ਦੇਣ ਦੀ ਸਥਿਤੀ 'ਚ ਸੁਪਰੀਮ ਕੋਰਟ ਬਹੁਤ ਘੱਟ ਮੌਕਿਆਂ ਤੇ ਹੁੰਦੀ ਹੈ।
ਗੱਲਾਂ ਜਿਹੜੀਆਂ ਆ ਜਾਂ ਟਿੱਪਣੀਆਂ ਬੜੀਆਂ ਸਖਤ ਕਈ ਵਾਰੀ ਹੁੰਦੀਆਂ, ਜਿਹਦੇ ਕਰਕੇ ਸਾਨੂੰ ਵੀ ਲੱਗਦਾ ਹੈ ਕਿ ਸ਼ਾਇਦ ਬਾਰੀ ਕੋਈ ਦੀਵਾ ਹਾਲੇ ਵੀ ਜਗਦਾ ਹੈ, ਪਰ ਇੰਪਲੀਮੇਸ਼ਨ ਦੇ ਵਿੱਚ ਕੁਝ ਨਿਕਲਦਾ ਨਹੀਂ। ਮਿਸਾਲ ਦੇ ਤੌਰ ਤੇ ਜਿਹੜਾ IT ਐਕਟ ਦੀ ਧਾਰਾ 66A ਜਿਹੜੀ 2015 ਦੇ ਵਿੱਚ ਹੀ ਸੁਪਰੀਮ ਕੋਰਟ ਨੇ ਖਤਮ ਕਰ ਦਿੱਤੀ, ਉਹਦੇ ਬਾਵਜੂਦ ਵੀ ਸਾਰੇ ਦੇਸ਼ ਦੇ ਵਿੱਚ 1307 ਕੇਸ ਜਿਹੜੇ ਦਰਜ ਕੀਤੇ ਗਏ ਇਸੇ ਧਾਰਾ ਦੇ ਤਹਿਤ, ਸੁਪਰੀਮ ਕੋਰਟ ਦੇ ਮਤਲਬ ਆਦੇਸ਼ ਦੇ ਬਾਵਜੂਦ, ਯਾਨੀ ਦੀਵੇ ਥੱਲੇ ਹਨੇਰਾ। ਤੇ ਇਕੱਲੇ ਕੇਸ ਨਹੀਂ ਦਰਜ ਕੀਤੇ ਗਏ, ਹੇਠਲੀਆਂ ਅਦਾਲਤਾਂ ਇਹਨਾਂ ਕੇਸਾਂ ਦੇ ਵਿੱਚ ਆਪਣੇ ਫੈਸਲੇ ਲੈਂਦੀਆਂ ਰਹੀਆਂ। ਤੇ ਸੁਪਰੀਮ ਕੋਰਟ ਨੂੰ ਜਦੋਂ ਪਤਾ ਲੱਗਾ ਤਾਂ ਸੁਪਰੀਮ ਕੋਰਟ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਵੀ ਇਹ ਕੀ ਹੋ ਰਿਹਾ। ਤੇ ਹੁਣ ਨਵਾਂ ਨੋਟਿਸ ਜਾਰੀ ਕੀਤਾ ਹੈ ਕਿ ਸਾਰੀਆਂ ਸੂਬਾਈ ਸਰਕਾਰਾਂ ਨੂੰ, ਸਾਰੇ ਹਾਈ ਕੋਰਟਾਂ ਨੂੰ, ਵੀ ਇਹ ਹੁਕਮ ਜਿਹੜਾ ਆ 66A ਧਾਰਾ ਖਤਮ ਕਰਨ ਦਾ, IT ਐਕਟ ਦੀ ਧਾਰਾ, ਉਹ ਖਤਮ ਅਸੀਂ ਤਾਂ ਕਹਿਤਾ ਕਰ ਦਿਓ ਖਤਮ, ਥੱਲੇ ਤੱਕ ਉਹ ਖਤਮ ਕਿਉਂ ਨਹੀਂ ਹੋਇਆ? ਪੁਲਿਸ ਥਾਣਿਆਂ ਦੇ ਵਿੱਚ ਉਸੇ ਧਾਰਾ ਦੇ ਤਹਿਤ ਸ਼ਿਕਾਇਤਾਂ ਕਿੱਦਾਂ ਦਰਜ ਹੋਈਆਂ? ਹਾਈ ਕੋਰਟਸ ਦੇ ਵਿੱਚ ਜਾਂ ਲੋਅਰ ਅਦਾਲਤਾਂ ਦੇ ਵਿੱਚ ਇਸੇ ਧਾਰਾ ਦੇ ਤਹਿਤ ਸਜ਼ਾਵਾਂ ਕਿੱਦਾਂ ਦਿੱਤੀਆਂ ਗਈਆਂ? ਇਹ ਤਾਂ ਬਹੁਤ ਮਤਲਬ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਹਾਂ ਬਈ ਉਹ ਜਿਹੜਾ ਇੱਕ ਕਹਾਵਤ ਹੈ ਚੌਪਟ ਰਾਜਾ, ਪਤਾ ਨਹੀਂ ਏਦਾਂ ਦਾ ਕੋਈ ਮੈਨੂੰ ਯਾਦ ਨਹੀਂ ਆ ਰਿਹਾ, ਅਨੇਰ ਨਗਰੀ ਚੌਪਟ ਰਾਜਾ, ਅੰਧੇਰ ਨਗਰੀ ਚੌਪਟ ਰਾਜਾ। ਹਾਂਜੀ, ਤੇ ਹੁਣ ਇਹਦੇ ਚੋਂ ਕੀ ਕੱਢਿਆ ਜਾਊਗਾ, ਕੀ ਪਾਇਆ ਜਾਊਗਾ? ਹਾਲੇ ਤੱਕ ਸਰਕਾਰ ਨਹੀਂ ਜਵਾਬ ਦੇ ਪਾ ਰਹੀ ਵੀ ਇਹ ਕਿਉਂ ਹੋਇਆ, ਕਾਹਤੇ ਹੋਇਆ। ਨਹੀਂ, ਆਪਾਂ ਸਰਕਾਰ ਨੂੰ ਕਹਿੰਦੇ ਆ ਆਪਾਂ ਦਸਾਂਝ ਸਾਹਿਬ, ਜਿਹੜੇ ਪੁਲਿਸ ਦੇ ਸੀਨੀਅਰ ਆਫਸਰ ਨੇ, IPS ਅਫਸਰ ਨੇ, ਬੜੇ ਇੰਟੈਲੀਜੈਂਟ ਅਫਸਰ ਹੁੰਦੇ ਆ, ਐਵੇਂ ਤਾਂ ਨਹੀਂ IPS ਬਣਦੇ। ਜੱਜਸ ਜਿਹੜੇ ਬੈਠੇ ਨੇ, ਜਿਹੜੇ ਉਹਨਾਂ ਹੀ ਪੁਰਾਣੇ ਜਿਹੜੇ ਕਾਨੂੰਨ ਰੱਦ ਹੋਏ ਉਹਨਾਂ ਦੇ ਮੁਤਾਬਕ ਸਜ਼ਾਵਾਂ ਦੇ ਰਹੇ ਆ। ਇਹਦਾ ਮਤਲਬ ਵੀ ਉਹ ਜੱਜਸ ਦੀ ਵੀ ਕੋਈ ਕਲਾਸਿਸ ਐਸੀਆਂ ਨਹੀਂ ਹੁੰਦੀਆਂ ਕਿ ਉਹਨਾਂ ਨੂੰ ਅਪਡੇਟ ਕੀਤਾ ਜਾਵੇ ਕਿ ਕਾਨੂੰਨ ਹੈ ਕੀ, ਕਾਨੂੰਨ ਕਿਹੜਾ ਵਿਡਰਾ ਹੋ ਗਿਆ, ਕਿਹੜਾ ਕਾਨੂੰਨ ਨਵਾਂ ਆ ਗਿਆ। ਉਹ ਵੀ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ ਤੇ ਉਹ ਪੁਰਾਣੇ ਕਾਨੂੰਨਾਂ ਨੂੰ ਵਰਤੀ ਜਾਂਦੇ ਆ, ਤੇ ਫਿਰ ਤਾਂ ਉਹ ਵਾਕਿਆ ਹੀ ਨੇਰ ਨਗਰੀ ਹੋ ਗਈ ਨਾ ਜੀ। ਬਿਲਕੁਲ ਨੇਰ ਨਗਰੀ ਵਾਲੀ ਗੱਲ ਹੈ, ਥੱਲੇ ਤਾਂ ਕੋਈ ਚੀਜ਼ਾਂ ਪਹੁੰਚਦੀਆਂ ਹੀ ਨਹੀਂ। ਮਤਲਬ ਜੇ ਕੋਈ ਕੇਸ, ਜੇ ਕਿਸੇ ਨੂੰ ਇਲਮ ਹੋਵੇ ਬਾਈ ਦੇ ਵਿੱਚ ਜਿਹਦੇ ਤੇ ਕੇਸ ਦਰਜ ਕੀਤਾ ਹੈ, ਜੇ ਉਹਦੇ ਵਕੀਲ ਨੂੰ ਇਲਮ ਹੋਵੇ, ਇਹਦਾ ਮਤਲਬ ਵਕੀਲ ਵੀ ਨਹੀਂ ਪੜ੍ਹਦੇ। ਮਤਲਬ ਜੇ ਮੇਰੇ ਤੇ ਕੇਸ ਆ ਬਾਈ ਦੇ ਵੇ ਇਸੇ ਐਕਟ ਦੇ ਤਹਿਤ, ਤੇ ਜੇ ਇਸ ਰਾਹੀਂ ਮੈਂ ਅਦਾਲਤ ਵਿੱਚ ਲੜ ਰਿਹਾ, ਹਜ਼ਾਰਾਂ ਲੱਖਾਂ ਰੁਪਈਆ ਉਹਨੂੰ ਪੇ ਕਰ ਰਿਹਾ, ਉਹ ਮਤਲਬ ਲਕੀਰ ਦਾ ਫਕੀਰ ਹੀ ਆ। ਉਹ ਵੀ ਨਹੀਂ ਦੇਖਦਾ ਵੀ ਇਸ ਇਸ਼ੂ ਦੇ ਉੱਤੇ ਵੀ ਸੁਪਰੀਮ ਕੋਰਟ ਤੱਕ ਕਦੇ ਕੋਈ ਕੇਸ ਆਇਆ, ਕਿਸ ਕਿਸਮ ਦੀ ਕੋਈ ਨਵੀਂ ਡਾਇਰੈਕਸ਼ਨ ਹੈ ਜਾਂ ਨਹੀਂ। ਉਹ ਵੀ ਮੱਖੀ ਤੇ ਮੱਖੀ ਮਾਰਨ ਵਾਲੀ ਗੱਲ। ਸੋ ਅੰਧੇੜ ਨਗਰੀ ਚੌਪਟ ਰਾਜ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਦਰੁਸਤ ਹੈ। ਪਰ ਜਿਹੜਾ ਸਵਾਲ ਤੁਸੀਂ ਉਠਾ ਰਹੇ ਹੋ ਇਹ ਹੈ ਵੀ ਸੁਪਰੀਮ ਕੋਰਟ ਕਿਉਂ ਨਹੀਂ ਏਦਾਂ ਕਰਦੀ। ਨੰਬਰ 1 ਤਾਂ ਗੱਲ ਹੈ ਵੀ ਸੁਪਰੀਮ ਕੋਰਟ ਇੰਡੀਪੈਂਡੈਂਟ ਹੋਣ ਦੇ ਬਾਵਜੂਦ ਵੀ ਅੱਜ ਇੰਡੀਪੈਂਡੈਂਟ ਦਿਖਾਈ ਦਿੰਦੀ। ਜਿੱਦਾਂ ਅਸੀਂ ਭਾਰਤੀ ਚੋਣ ਕਮਿਸ਼ਨ ਬਾਰੇ ਗੱਲ ਕਰਦੇ ਹਾਂ ਕਿ ਉਹ ਵੀ ਬਹੁਤ ਸਾਰੇ ਆਦੇਸ਼ ਭਾਰਤੀ ਚੋਣ ਕਮਿਸ਼ਨ ਕਰ ਦਿੰਦਾ ਹੈ ਜਾਂ ਕਹਿ ਦਿੰਦਾ ਹੈ ਆ ਚੋਣ ਜ਼ਾਬਤੇ ਦੇ ਤਹਿਤ ਆਹ ਨਹੀਂ ਹੋਏਗਾ, ਆਹ ਨਹੀਂ ਹੋਏਗਾ, ਪਰ ਸਾਰਾ ਕੁਝ ਹੁੰਦਾ ਹੈ ਕਿਉਂਕਿ ਉਹਦੇ ਕੋਲ ਸਿਰਫ ਲਿਖਤੀ ਜ਼ੁਬਾਨੀ, ਘੱਟ ਲਿਖਤੀ ਵੀ ਚਲੋ ਕਿ ਆ ਵੀ ਆਦੇਸ਼ ਹੈਗੇ, ਹੁਕਮ ਹੈਗੇ ਆ, ਉਹਨੂੰ ਇੰਪਲੀਮੈਂਟ ਕਰਨ ਵਾਸਤੇ ਉਹਦੇ ਕੋਲ ਆਪਣੀ ਕੋਈ ਫੋਰਸ ਨਹੀਂ ਹੈ, ਆਪਣਾ ਕੁਝ ਵੀ ਨਹੀਂ ਹੈ। ਉਹਦਾ ਇੱਕ ਦਫ਼ਤਰ ਹੈ, ਦਫ਼ਤਰ 'ਚ ਕੰਮ ਕਰਨ ਵਾਲੇ 20-50-100 ਬੰਦੇ ਆ, ਹੇਠਾਂ ਸੂਬਾਈ ਚੋਣ ਕਮਿਸ਼ਨ, ਉਹਨਾਂ ਦਾ ਆਪਣਾ ਇੰਡੀਪੈਂਡੈਂਟ ਸੁਤੰਤਰ ਕਿਸਮ ਦਾ ਕੋਈ ਕਿਸੇ ਕਿਸਮ ਦਾ ਫੋਰਸ ਨਹੀਂ ਹੈ, ਉਹਨਾਂ ਕੋਲ ਕੁਝ ਵੀ ਨਹੀਂ ਹੈ। ਉਹ ਅਪਲਾਈ ਕਿੱਦਾਂ ਹੋਣਾ? ਉਹ ਜਿਹੜੀਆਂ ਟੋਟੈਲਿਟੀ ਦੇ ਵਿੱਚ ਸਾਡੀਆਂ ਜਿਹੜੀਆਂ ਰਿਜ਼ਰਵ ਫੋਰਸਿਸ ਨੇ ਜਾਂ ਜਿਹੜੀਆਂ ਸਟੇਟ ਪੁਲਿਸ ਨੇ, ਉਹਨਾਂ ਰਾਹੀਂ ਸਾਰਾ ਕੁਝ ਲਾਗੂ ਹੋਣਾ, ਤੇ ਉਹ ਲਾਗੂ ਕਿੱਦਾਂ ਹੁੰਦਾ ਆਪਾਂ ਨੂੰ ਪਤਾ ਹੈ। ਇਹਦੇ ਸੁਪਰੀਮ ਕੋਰਟ ਦੇ ਹੁਕਮ ਨੂੰ ਥੱਲੇ ਤੱਕ ਪਹੁੰਚਾਉਣ ਵਾਸਤੇ ਕੋਈ ਸਿਸਟਮ ਨਹੀਂ ਹੈ ਸਾਡੇ ਕੋਲ, ਨਾ ਸੁਪਰੀਮ ਕੋਰਟ ਦੇ ਹੁਕਮ ਨੂੰ ਅਪਲਾਈ ਕਰਨ ਵਾਸਤੇ ਉਹਦੇ ਕੋਲ ਕਿਸੇ ਕਿਸਮ ਦਾ ਏਦਾਂ ਦਾ ਸਾਰਾ ਕੁਝ ਜਿਹੜਾ ਸਟਰਕਚਰ ਹੈ। ਇੱਕ ਤਾਂ ਇਹ ਕਾਰਨ ਹੈ। ਦੂਜਾ ਰਾਜਨੀਤੀਕਰਨ ਵੀ ਹੈ, ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਕਹਿ ਰਹੇ ਹੋ, ਆਪਾਂ ਵੀ ਦੇਖਿਆ ਬਹੁਤ ਸਾਰੇ ਫੈਸਲਿਆਂ ਦੇ ਵਿੱਚ ਵੱਲੋਂ ਬਹੁਤ ਚੰਗੇ ਫੈਸਲੇ ਵੀ ਆ ਜਾਂਦੇ ਆ, ਜਿਹੜਾ ਬੈਂਚ ਦੇ ਉੱਤੇ ਵੀ ਡਿਪੈਂਡ ਕਰਦਾ ਉਹ 'ਚ ਕਿਹੜੇ ਕਿਹੜੇ ਜੱਜਿਸ ਨੇ। ਸਾਰਿਆਂ ਦੇ ਰਸੇ ਜਿੰਨੇ ਵੀ ਬਣਦੇ ਅਸੀਂ ਵੀ ਸਾਰੇ ਏਦਾਂ ਕਰਦੇ ਆ, ਪਰ ਕੁਝ ਜੱਜਿਸ ਜਿਹੜੇ ਆ ਉਹ ਆਪਣੇ ਇੰਟਰਸਟ ਵੀ ਦੇਖਦੇ ਆ, ਭਵਿੱਖ ਦੇ ਵਿੱਚ ਆਪਣਾ ਕਰੀਅਰ ਵੀ ਦੇਖਦੇ ਆ, ਕਿਸੇ ਰਾਜ ਸਭਾ ਦੇ ਵਿੱਚ ਜਾਣਾ, ਕਿਸੇ ਨੇ ਕਿਸੇ ਸੂਬੇ ਦਾ ਗਵਰਨਰ ਬਣਨਾ। ਇਹਦੇ 'ਚ ਵੀ ਇੱਕ ਜ਼ਰੂਰਤ ਹੈ ਵੀ ਹਾਂ ਘੱਟੋ ਘੱਟ ਜਿਹੜੇ ਏਦਾਂ ਦੇ ਅਹੁਦਿਆਂ ਤੇ ਲੋਕ ਰਹਿੰਦੇ ਆ ਉਹਨਾਂ ਤੇ ਘੱਟੋ ਘੱਟ ਪਾਬੰਦੀ ਚਾਹੀਦੀ ਹੈ ਕਿ ਆਪਣੀ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੂੰ ਲਾਭ ਦਾ ਕੋਈ ਅਹੁਦਾ ਨਹੀਂ ਦਿੱਤਾ ਜਾਏਗਾ। ਪਰ ਇਹ ਕੌਣ ਕਰੇ? ਕਰਨਾ ਤਾਂ ਅਲਟੀਮੇਟਲੀ ਉਹਨਾਂ ਲੋਕਾਂ ਨੇ ਹੈ ਜਿਹੜੇ ਇਸ ਵੇਲੇ ਸੱਤਾ ਦੇ ਵਿੱਚ ਹੈ, ਉਹਨਾਂ ਨੇ ਕਾਨੂੰਨ ਘੜਨੇ ਨੇ, ਉਹਨਾਂ ਨੇ ਸਾਰੀਆਂ ਚੀਜ਼ਾਂ ਕਰਨੀਆਂ, ਉਹਨਾਂ ਨੂੰ ਇਹ ਚੀਜ਼ਾਂ ਸੂਟ ਨਹੀਂ ਕਰਦੀਆਂ। ਇਸ ਕਰਕੇ ਆ ਸਾਰਾ ਮਾਹੌਲ ਸਾਡੇ ਸਾਹਮਣੇ। ਬਿਲਕੁਲ ਤੁਸੀਂ ਠੀਕ ਕਰ ਰਹੇ ਹੋ। ਮੈਨੂੰ ਲੱਗਦਾ ਕਿ ਵਾਕਈ ਇੰਪਲੀਮੈਂਟੇਸ਼ਨ ਜਿਹੜੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਡਿਫੈਕਟ ਹੈਗੇ ਨੇ। ਅਦਰਵਾਈਜ਼ ਜਦੋਂ ਇੱਕ ਵਾਰੀ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ, ਜੇ ਆਪਾਂ ਇਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ ਤੇ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਜੇ ਉੱਥੇ ਪ੍ਰੈਜ਼ਾਈਡਿੰਗ ਅਫਸਰ ਲੱਗਦਾ ਤੇ ਉਹਦੇ ਕੋਲ ਮੈਜਿਸਟ੍ਰੇਟ ਦੀਆਂ ਪਾਵਰ ਹੁੰਦੀਆਂ ਨੇ ਲੀਗਲੀ,
ਪਰ ਦੂਜੇ ਪਾਸੇ ਇਹੋ ਹੀ ਗੱਲ ਹੈ ਨਾ ਕਿ ਉਹ ਲੀਗਲੀ ਪਾਵਰ ਜਿਹੜੇ ਉਹ ਕੋਲ ਹੈਗੀਆਂ ਵੀ ਉਹਨੂੰ ਇੰਪਲੀਮੈਂਟ ਕਿੱਦਾਂ ਉਹ ਕਰੇ, ਕਿਉਂਕਿ ਬਾਹਰ ਖੜੇ ਪੁਲਿਸ ਵਾਲੇ ਜਿਹੜੇ ਆ ਜਾਂ ਜਿਨ੍ਹਾਂ ਦੀ ਮਦਦ ਲੈਣੀ ਹੁੰਦੀ ਆ ਉਹਨਾਂ ਦਾ ਮਾਈਂਡ ਸੈਟ ਹੀ ਉਹ ਹੈ, ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇਹ ਵਿਅਕਤੀ ਇਸ ਵੇਲੇ ਨਿਰਪੱਖ ਕੋਈ ਫੈਸਲਾ ਲੈ ਰਿਹਾ ਤੇ ਅਸੀਂ ਜਿਹੜੇ ਆ ਇਹਦੀ ਸਹਾਇਤਾ ਕਰੀਏ। ਸਗੋਂ ਉਲਟਾ ਇਹ ਹੁੰਦਾ ਕਿ ਕਈ ਵਾਰ ਉਹ ਮੁਲਾਜ਼ਮ ਵਿਚਾਰੇ ਕੁੱਟੇ ਜਾਂਦੇ ਆ, ਉਹਦੇ ਲੋਕਲ ਲੋਕ ਹੁੰਦੇ ਆ ਜਿਹੜੇ ਉੱਥੇ ਬੂਥ ਦੇ ਅੰਦਰ ਬੈਠੇ ਹੁੰਦੇ ਆ ਜਾਂ ਬਾਹਰ ਜਿਹੜੇ ਉਹਦੇ ਸਪੋਰਟਰ ਹੁੰਦੇ ਆ, ਉਹ ਜੱਜ ਭਾਵੇਂ ਬਣਿਆ ਫਿਰਦਾ ਹੋਵੇ, ਪ੍ਰੈਜ਼ਾਈਡਿੰਗ ਅਫਸਰ 2 ਦਿਨ ਲਈ ਫੀਲਿੰਗ ਲੈਂਦਾ ਹੈ ਕਿ ਮੈਂ ਮੈਜਿਸਟ੍ਰੇਟ ਦੀ ਪਾਵਰ ਰੱਖਦਾ, ਪਰ ਪਾਵਰ ਹੁੰਦੀ ਕਿੱਥੇ ਆ ਇਹ ਆਪਾਂ ਸਭ ਨੂੰ ਪਤਾ। ਬਿਲਕੁਲ ਪ੍ਰੈਕਟਿਸ ਦੇ ਵਿੱਚ ਕੁਝ ਨਹੀਂ ਹੈ ਨਾ, ਪ੍ਰੈਕਟਿਸ ਦੇ ਵਿੱਚ ਤਾਂ ਸਧਾਰਨ ਵਿਅਕਤੀ ਜਿਹੜਾ ਮਰਜ਼ੀ ਗਲੋਂ ਜਾ ਕੇ ਫੜ ਲੈਂਦਾ ਜੀ, ਠੀਕ ਨੇ। ਤੇ ਇਸ ਕਰਕੇ ਉਹ ਇਹ ਸਾਰਾ ਸਾਡੇ ਸਿਸਟਮ ਦੇ ਵਿੱਚ ਇਹ ਸਾਰੀਆਂ ਪ੍ਰੋਬਲਮਸ ਹੈਗੀਆਂ, ਉਹਦੇ ਕਰਕੇ ਹਰ ਥਾਂ ਦੇ ਉੱਤੇ ਹਰ ਮਰਹਲੇ ਦੇ ਉੱਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਮੁਸ਼ਕਲ ਹਾਲਾਤ ਜਿਹੜੇ ਆ ਉਹਨਾਂ ਨੂੰ ਫੇਸ ਕਰਦੇ। ਪਰ ਹੈਰਾਨੀ ਆਪਣੇ ਇਹ ਹੈ ਜੀ, ਲੋਕ ਵੀ ਇਸ ਤਰ੍ਹਾਂ ਹੀ ਚਾਹੁੰਦੇ ਆ, ਜਿਵੇਂ ਹੁਣ ਦਲਿਤ ਰਾਜਨੀਤੀ ਦਾ ਕੀ ਪਤਾ ਖੇਡਿਆ ਜਾ ਰਿਹਾ ਜੀ, ਦਲਿਤ ਡਿਪਟੀ CM ਹੋਵੇ ਜਾਂ ਬਹੁਤ ਸਾਰੇ ਲੋਕ ਕਹਿੰਦੇ ਵੇਖੋ ਜੀ ਕਿੰਨੀ ਅੱਛੀ ਡੈਮੋਕ੍ਰੇਸੀ ਆ, ਕਿੰਨੇ ਅਸੀਂ ਸੈਕੂਲਰ ਆ, ਸਾਡਾ ਮੁਸਲਮਾਨ ਰਾਸ਼ਟਰਪਤੀ ਬਣ ਗਿਆ ਸੀਗੇ, ਕਿੰਨੇ ਮੁਸਲਮਾਨ ਹੁਣ ਤੱਕ ਰਾਸ਼ਟਰਪਤੀ ਬਣੇ ਨੇ, ਕਿੰਨੇ ਦਲਿਤ ਹੁਣ ਜਿੱਦਾਂ ਬੈਠੇ ਨੇ ਰਾਸ਼ਟਰਪਤੀ ਬਣੇ ਨੇ, ਸਿੱਖ ਰਾਸ਼ਟਰਪਤੀ ਬਣ ਗਿਆ ਜੀ, ਸਿੱਖ ਪ੍ਰਾਈਮ ਮਿਨਿਸਟਰ ਬਣ ਗਿਆ। ਮਤਲਬ ਟੋਟਲ ਦੇ ਟੋਟਲ ਜਿਹੜੀ ਚੀਜ਼ ਆ ਉਹਨੂੰ ਰਿਪਰੈਜ਼ੈਂਟ ਨਹੀਂ ਕਰਨੀ ਹੁੰਦੀ ਵੀ ਇੱਕ ਵਿਅਕਤੀ ਨੂੰ ਤੁਸੀਂ ਫੜ ਕੇ ਉੱਥੇ ਆਪਣੀ ਰਬੜ ਸਟੈਂਪ ਬਿਠਾ ਲੈਂਦੇ ਹੋ। ਹੁਣ ਜੇ ਆਪਣੇ ਜਿਹੜੇ ਮੌਜੂਦਾ ਰਾਸ਼ਟਰਪਤੀ ਆ, ਜੇ ਉਹਨਾਂ ਨੂੰ ਕਹਿ ਦਈਏ ਕਿ ਉਹ ਦਲਿਤਾਂ ਦੇ ਮਸੀਹਾ ਸੀਗੇ ਤੇ ਤਾਂ ਕਰਕੇ ਇੱਥੇ ਪਹੁੰਚੇ ਨੇ, ਤੇ ਉਹ ਦਲਿਤਾਂ ਦਾ ਕੋਈ ਉਧਾਰ ਕਰ ਦੇਣਗੇ ਆਪਣੀ ਇਸ ਡਿਊਰੇਸ਼ਨ ਦੇ ਦੌਰਾਨ। ਕਈ ਰਾਸ਼ਟਰਪਤੀ ਤੇ ਇਹੋ ਜਿਹੇ ਆ ਕੇ ਚਲ ਜਾਂਦੇ ਆ ਜਿਨ੍ਹਾਂ ਦਾ ਇੱਕ ਕੰਮ ਵੀ ਗਰਾਊਂਡਯੋਗ ਨਹੀਂ ਹੁੰਦਾ ਕਿ ਉਹਨਾਂ ਦੇ ਸਮੇਂ 'ਚ ਕੋਈ ਕੰਮ ਹੋਇਆ ਸੀਗਾ। ਪ੍ਰਭਤਾ ਪਾਟਿਲ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਦੀ ਗੱਲ ਕਰ ਲਈਏ, ਠੀਕ ਹੈ ਕਦੀ ਕਦੀ ਕੁਝ ਲੋਕ ਐਸੇ ਆ ਜਾਂਦੇ ਨੇ ਕਲਾਮ ਵਰਗੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਰਹਿੰਦੀ ਦੁਨੀਆ ਤੱਕ ਯਾਦ ਵੀ ਕਰਾਂਗੇ, ਪਰ ਕਈ ਵਾਰ ਇਸ ਤਰ੍ਹਾਂ ਦੇ ਮੋਹਰੇ ਬਿਠਾ ਦਿੱਤੇ ਜਾਂਦੇ ਨੇ ਰਾਮ ਕੋਵਿੰਦ ਵਰਗੇ ਹੁਣ ਵਰਗੇ ਰਾਸ਼ਟਰਪਤੀ। ਕੀ ਉਮੀਦ ਕਰ ਸਕਦੇ ਨੇ ਦਲਿਤ ਇਹਨਾਂ ਕੋਲੋਂ ਕਿ ਇਹ ਕੋਈ ਜਿਹੜੀ ਇਹ ਭਾਈਚਾਰਾ ਜਿਹਨੂੰ ਇਹ ਰਿਪਰੈਜ਼ੈਂਟ ਕਰਨ ਦਾ ਦਾਅਵਾ ਕੀਤਾ ਜਾਂਦਾ ਉਹਨਾਂ ਲਈ ਕੋਈ ਇੱਕ ਪੂਣੀ ਵੀ ਕੱਤ ਸਕਦੇ ਨੇ? ਦਲਿਤ ਰਾਜਨੀਤੀ ਦੇ ਨਾਂ ਤੇ ਜਿਹੜਾ ਕਾਮਨ ਦਲਿਤ ਹੈ, ਜਿਹੜਾ ਸੱਚਮੁੱਚ ਦਲਿਤ ਹੈ, ਉਹਦੀ ਐਕਸਪਲੈਟੇਸ਼ਨ ਹੈ। ਸਿੱਖ ਸਿਆਸਤ ਦੇ ਨਾਂ ਦੇ ਉੱਤੇ ਜਿਹੜਾ ਸਧਾਰਨ ਸਿੱਖ ਹੈ, ਆਸਥਾਵਾਨ ਸਿੱਖ ਹੈ, ਉਹਦਾ ਸ਼ੋਸ਼ਣ ਹੈ। ਹਿੰਦੂ ਤਬ ਦੀ ਰਾਜਨੀਤੀ ਦੇ ਉੱਤੇ ਜਾਂ ਹਿੰਦੂ ਰਾਜਨੀਤੀ ਦੇ ਨਾਂ ਦੇ ਉੱਤੇ ਜਿਹੜਾ ਸਧਾਰਨ ਹਿੰਦੂ ਆ ਉਹਦਾ ਸ਼ੋਸ਼ਣ ਹੈ। ਇਹ ਤਾਂ ਸਾਹਮਣੇ ਸਾਰਾ ਕੁਝ ਸਾਡੇ ਦਿਖਾਈ ਦਿੰਦਾ ਹੈ। ਇਹ ਜਿਹੜੇ ਤਾਂ ਸਿਰਫ ਵਰਤੇ ਜਾਂਦੇ ਆ, ਇਹ ਚਾਹੇ ਉਹ ਰਾਮਨਾਥ ਕੋਵਿੰਦ ਜੀ ਹੋਣ ਜਾਂ ਗਿਆਨੀ ਜ਼ੈਲ ਸਿੰਘ ਹੋਵੇ ਜਾਂ ਡਾਕਟਰ ਮਨਮੋਹਨ ਸਿੰਘ ਹੋਵੇ ਤੇ ਜਾਂ ਕੋਈ ਵੀ ਹੋਵੇ, ਚਾਹੇ ਉਹ ਕਿਸੇ ਮੁਸਲਿਮ ਦਾ ਨਾਂ ਆਪਾਂ ਲੈ ਲਈਏ, ਇਹ ਜਾਂ ਹੁਣ ਭਾਰਤੀ ਜਨਤਾ ਪਾਰਟੀ ਆ ਮੰਨ ਲਓ, ਤੇ 2-3 ਚਿਹਰੇ ਉੱਦਾਂ ਦੇ ਸ਼ਾਹ ਨਵਾਜ਼ ਇੱਕ ਰੱਖਿਆ ਹੋਇਆ, ਉਹ ਕੀ ਆ ਉਹਦਾ ਨਾਂ ਭੁੱਲ ਜਾਂਦਾ ਮੈਂ, ਅਖਤਾਰ ਪਤਾ ਨਹੀਂ ਕੀ, ਉਹ 2-3 ਵਿਅਕਤੀ ਰੱਖੇ ਹੋਏ ਉਹਨਾਂ। ਹਾਂਜੀ ਹਾਂਜੀ, ਉਹ ਸਿਰਫ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹਦੇ ਸਾਹਮਣੇ ਇੱਕ ਜਾਲ ਜਿਹਾ ਸੁੱਟਿਆ ਹੋਇਆ ਵੀ ਦੇਖੋ ਅਸੀਂ ਦੇਖੋ ਮੁਸਲਮਾਨ ਵੀ ਸਾਡੇ ਚ ਹੈਗੇ ਆ, ਏਦਾਂ ਦੀ ਕੋਈ ਗੱਲ ਨਹੀਂ। ਜਿੱਦਾਂ ਹੁਣ ਇਹਨੇ ਕਰਨਾ ਐਤਕੀ, ਇੱਕ ਵਾਰੀ ਕੀਤਾ ਸੀ ਮਾਇਆਵਤੀ ਨੇ, ਸੋਸ਼ਲ ਇੰਜੀਨੀਅਰਿੰਗ ਦੇ ਨਾਂ ਦੇ ਉੱਤੇ ਐਤਕਾਫੀ ਕਰ ਰਹੀ ਹੈ ਬ੍ਰਾਹਮਣਾਂ ਨੂੰ ਲੈਣਾ। ਉਦਾਂ ਤੁਸੀਂ ਜਾਤ ਦੀ ਰਾਜਨੀਤੀ ਕਰਨੀ ਹੈ ਤੇ ਹੁਣ ਤੁਸੀਂ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਦੇ ਉੱਤੇ ਚੋਣਾਂ ਦੇ ਵਿੱਚ ਕੁਝ ਬ੍ਰਾਹਮਣ ਚਿਹਰੇ ਖੜੇ ਕਰ ਦੇਣੇ ਆ। ਲਓ ਜੀ ਅਸੀਂ ਸੱਚਮੁੱਚ ਬਹੁਜਨ ਦੀ ਪਾਰਟੀ ਹੈਗੀ ਹੈ, ਪ੍ਰੈਕਟਿਸ ਦੇ ਵਿੱਚ ਏਦਾਂ ਨਹੀਂ ਹੈ ਨਾ। ਤੇ ਏਦਾਂ ਹੀ ਭਾਰਤੀ ਜਨਤਾ ਪਾਰਟੀ ਹਿੰਦੂ ਤਾਂ ਇਸ ਵੇਲੇ ਜਿਹੜਾ ਭਾਰਤ ਦੀ ਗਰੀਬੀ ਦਾ ਆਪਾਂ ਜ਼ਿਕਰ ਕਰਦੇ ਹਾਂ ਨਾ ਜੀ, ਭਾਰਤ ਬਹੁਤ ਬੁਰੀ ਹਾਲਤ ਦੇ ਵਿੱਚ ਹੈ। ਇੱਕ ਪਾਸੇ ਕਿਹਾ ਜਾ ਰਿਹਾ ਕਿ ਭਾਰਤ ਬਹੁਤ ਗਰੋ ਕਰ ਰਿਹਾ ਜੀ, ਅਸੀਂ ਡਿਜੀਟਲ ਇੰਡੀਆ ਬਣ ਗਏ ਆ, ਅਸੀਂ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣ ਜਾਣਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਰੋਜ਼ਾਨਾ ਜਿਹੜੀ ਸਾਡੀ ਇਸ ਕਿਸਮ ਦੀ ਕਮਾਈ ਹੈ, ਮਤਲਬ ਜਿਹੜਾ ਸਟੈਂਡਰਡ ਅਸੀਂ ਬਣਾ ਦਿੰਦੇ ਆ ਵੀ ਸਾਡੇ ਕੋਲ ਤਾਂ $1 ਵੀ ਨਹੀਂ ਅਸੀਂ ਕਮਾਉਂਦੇ ਸਾਰੇ ਦਿਨ ਦੇ ਵਿੱਚ, ਜਾਂ ਪਿੱਛੇ ਆਇਆ ਸੀ ਵੀ 36 ਰੁਪਏ ਜਾਂ ਹੁਣ 40 ਰੁਪਏ ਹੋ ਸਕਦਾ ਵੀ ਦਿਹਾੜੀ ਇੱਕ ਬੰਦਾ ਜਿਹੜਾ ਕਮਾਉਂਦਾ ਉਸ ਤੋਂ ਅਸੀਂ 40 ਰੁਪਏ ਜਾਂ 35-36 ਰੁਪਏ ਕਮਾਉਂਦੇ ਆ। ਇਹ ਕੌਣ ਹੈ ਜਿਹੜਾ ਆਪਣਾ ਗੁਜ਼ਾਰਾ ਵੀ ਨਹੀਂ ਕਰ ਪਾਉਂਦਾ? ਇਹ ਭਾਰਤ ਦਾ 85 ਤੋਂ 90% ਬੰਦਾ ਹੈ। ਇਹ 85 ਜਾਂ 90% ਲੋਕ ਜਿਹੜੇ ਆਰਥਿਕ ਤੌਰ ਤੇ ਇੰਨੇ ਥੋੜੇ ਹੋਏ ਆ, ਟੁੱਟੇ ਹੋਏ ਆ, ਇਹ ਕੌਣ ਹੈ? ਇਹਦੇ ਚੋਂ 70% ਜਿਹੜੇ ਆ ਉਹ ਹਿੰਦੂ ਆ। ਇਹਦਾ ਮਤਲਬ ਹਿੰਦੂਤਵ ਦੀ ਰਾਜਨੀਤੀ, ਅੱਜ ਭਾਰਤ ਦਾ ਸਭ ਤੋਂ ਗਰੀਬ ਬੰਦਾ ਜੇ ਕੋਈ ਹੈ ਵੱਡੀ ਗਿਣਤੀ ਦੇ ਵਿੱਚ, ਉਹ ਹਿੰਦੂ ਆ।
ਤੇ ਕਿਹੜੇ ਹਿੰਦੂਤਵ ਦੀ ਰਾਜਨੀਤੀ ਤੇ ਕਿਹੜੇ ਮੰਦਰ ਦੀ ਰਾਜਨੀਤੀ ਇਹ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਾਂ RSS ਕਰ। ਸੋ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਜ਼ਿਆਦਾ ਐਕਸਪਲਾਇਟ ਜੇ ਕੋਈ ਹੋ ਰਿਹਾ ਭਾਰਤ ਦੇ ਵਿੱਚ, ਕਿਉਂਕਿ ਬਹੁਤ ਗਿਣਤੀ ਹਿੰਦੂ ਹੈ, ਉਹ ਫਿਰ ਸਭ ਤੋਂ ਜ਼ਿਆਦਾ ਐਕਸਪਲਾਇਟ ਵੀ ਹਿੰਦੂ ਹੋ ਰਿਹਾ, ਬਹੁਤ ਗਿਣਤੀ ਦਾ ਬੰਦਾ ਹਿੰਦੂ ਦਾ। ਤੇ ਏਦਾਂ ਹੀ ਮੁਸਲਿਮ ਘੱਟ ਗਿਣਤੀ ਬਹੁਤ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਹੈ, ਉਹਦੀ ਤਾਂ ਆਪਾਂ ਅਕਸਰ ਚਰਚਾ ਕਰਦੇ ਨੇ। ਪਰ ਆਹ ਗੱਲ ਲੁਕੀ ਰਹਿ ਜਾਂਦੀ ਹੈ ਵੀ ਜਿਹੜਾ ਮੁਸਲਿਮ ਘੱਟ ਗਿਣਤੀ ਦਾ ਬੰਦਾ ਹੈ ਜਾਂ ਜਿਹੜਾ ਸਧਾਰਨ ਬੰਦਾ ਦਲਿਤ ਹੈ ਜਾਂ ਕੋਈ ਵੀ ਹੈ, ਠੀਕ ਹੈ, ਦਲਿਤ ਜਿਹੜਾ ਬਿਲਕੁਲ ਇੱਕ ਵੱਖਰਾ ਮਾਮਲਾ ਹੈ, ਆਦਿਵਾਸੀ ਬਿਲਕੁਲ ਵੱਖਰਾ ਮਾਮਲਾ ਹੈ, ਪਰ ਓਵਰਆਲ ਜੇ ਗੱਲ ਕਰਨੀ ਹੋਵੇ ਤਾਂ ਭਾਰਤ ਦਾ ਜਿਹੜਾ ਸਭ ਤੋਂ ਜ਼ਿਆਦਾ ਨਪੀੜਿਆ ਜਾਣ ਵਾਲਾ ਜਿਹੜਾ ਬੰਦਾ ਆ, ਜਿਹੜਾ ਸਾਨੂੰ ਮੁੱਖ ਧਾਰਾ ਦੇ ਵਿੱਚ ਵੀ ਦਿਖਾਈ ਦਿੰਦਾ, ਉਹ ਹਿੰਦੂ ਵਰਗ ਦੇ ਵਿੱਚੋਂ ਹੀ ਆ, ਸਧਾਰਨ ਹਿੰਦੂ ਆ। ਸੋ ਹਿੰਦੂਤਵ ਦੀ ਰਾਜਨੀਤੀ ਨੇ, RSS ਦੀ ਰਾਜਨੀਤੀ ਨੇ, ਨਰਿੰਦਰ ਮੋਦੀ ਦੀ ਰਾਜਨੀਤੀ ਨੇ ਹਿੰਦੂ ਦਾ ਵੀ ਕੀ ਭਲਾ ਕਰ, ਇਹ ਗੱਲਾਂ ਲੁਕੋ ਲਈਆਂ ਜਾਂਦੀਆਂ। ਓਵਰਆਲ ਅਸੀਂ ਹਿੰਦੂ ਸਿੱਖ ਜਾਂ ਮੁਸਲਮਾਨ ਚ ਨਾ ਵੰਡੀਏ ਤੇ ਸਾਰੇ ਭਾਰਤੀਆਂ ਦੀ ਗੱਲ ਕਰੀਏ ਤਾਂ ਇਹ ਇਸ ਵੇਲੇ ਭਾਰਤ ਜਿਸ ਮੁਕਾਮ ਤੇ ਹੈ, ਸਭ ਤੋਂ ਦੁਖੀ ਮੁਲਕਾਂ ਦੇ ਵਿੱਚੋਂ ਭਾਰਤ ਹੈ। ਭਾਰਤ ਨੌਜਵਾਨ ਹੋਣ ਦੇ ਬਾਵਜੂਦ ਵੀ ਨੌਜਵਾਨ ਨਹੀਂ ਹੈ, ਕਿਉਂਕਿ ਭਾਰਤ ਦੀ ਬਹੁਤੀ ਆਬਾਦੀ ਕਿਹਾ ਜਾਂਦਾ ਨੌਜਵਾਨ ਹੈ। ਨੌਜਵਾਨ ਤੋਂ ਕ੍ਰਾਂਤੀ ਦੀ ਉਮੀਦ ਕੀਤੀ ਜਾਂਦੀ ਹੈ, ਪਰ ਅਸੀਂ ਨੌਜਵਾਨ ਹੋਣ ਦੇ ਬਾਵਜੂਦ ਵੀ, ਮੁਲਕ ਨੌਜਵਾਨ ਹੋਣ ਦੇ ਬਾਵਜੂਦ ਵੀ ਕ੍ਰਾਂਤੀ ਦੀ ਉਹ ਭਾਵਨਾ ਹਾਲੇ ਤੱਕ ਵਿਕਸਿਤ ਜਿਹੜੀ ਭਾਰਤ ਦੇ ਵਿੱਚ ਨਹੀਂ ਹੋ ਪਾ ਰਹੀ। ਸੋ ਇਸੇ ਕਰਕੇ ਅਸੀਂ ਸਭ ਤੋਂ ਜ਼ਿਆਦਾ ਗਰੀਬ, ਪਛੜੇ ਹੋਏ, ਦੁਖੀ ਮੁਲਕ ਦੇ ਤੌਰ ਦੇ ਉੱਤੇ ਅੱਜ ਤਸੱਵਰ ਕੀਤੀ ਜਾਂਦੀ ਹੈ। ਦਸਾਂਝ ਸਾਹਿਬ, ਪ੍ਰਸ਼ਾਂਤ ਕਿਸ਼ੋਰ ਜਿਹੜੇ ਚੋਣ ਰਣਨੀਤੀਕਾਰ ਨੇ, ਮੰਨੇ ਪ੍ਰਮੰਨੇ, ਔਰ ਉਹਨਾਂ ਨੇ ਬੜੀਆਂ ਜਿੱਤਾਂ ਦਰਜ ਕਰਾਈਆਂ, ਹੁਣ ਉਹ ਕੈਪਟਨ ਸਾਹਿਬ ਦਾ ਸਾਥ ਛੱਡ ਗਏ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਜਿਹੜੀ ਪਬਲਿਕ ਲਾਈਫ ਹੈ ਉਹਦੇ ਚੋਂ ਥੋੜ੍ਹੇ ਸਮੇਂ ਲਈ ਵਿਰਾਮ ਲੈਣਾ ਚਾਹੁੰਦਾ ਹਾਂ। ਤੇ ਦੂਜੇ ਪਾਸੇ ਖਬਰਾਂ ਤੇ ਇਹ ਆ ਰਹੀਆਂ ਸੀ ਕਿ ਉਹ ਪਬਲਿਕ ਲਾਈਫ 'ਚ ਸ਼ਾਮਲ ਹੋ ਰਹੇ ਨੇ, ਕਾਂਗਰਸ ਸ਼ਾਮਲ ਹੋ ਕੇ ਇਸ ਦਾ ਪਬਲਿਕ ਲਾਈਫ 'ਚ ਐਂਟਰੀ ਕਰ ਰਹੇ ਨੇ। ਪਹਿਲਾਂ ਤਾਂ ਉਹ ਫਰਮ ਹੀ ਚਲਾਉਂਦੇ ਸੀ, ਉਹ ਪਬਲਿਕ ਲਾਈਫ ਕਾਹਦੀ ਸੀ, ਉਹ ਤਾਂ ਉਹਨਾਂ ਦੀ ਆਪਣੀ ਫਰਮ ਸੀ, ਪੈਸੇ ਲੈਂਦੇ ਸੀ, ਕੰਮ ਕਰਦੇ ਸੀ। ਤੇ ਹੁਣ ਉਹਨਾਂ ਇਹ ਕਹਿ ਕੇ ਅਸਤੀਫਾ ਦਿੱਤਾ ਹੈ ਕਿ ਮੈਂ ਪਬਲਿਕ ਲਾਈਫ ਤੋਂ ਅਸਥਾਈ ਤੌਰ 'ਤੇ ਵਿਰਾਮ ਲੈਣਾ ਚਾਹੁੰਦਾ ਹਾਂ। ਤੇ ਦੂਜੇ ਪਾਸੇ ਕਾਫੀ ਚਰਚਾ ਆਪਾਂ ਵੀ ਕਰਦੇ ਰਹੇ ਹਾਂ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਪੱਕੇ ਤੌਰ 'ਤੇ ਕਾਂਗਰਸ ਵਿੱਚ ਕੋਈ ਜਗ੍ਹਾ ਦੇਣ ਦਾ ਮਨ ਬਣਾਇਆ। ਹਾਲਾਂਕਿ ਉਹ ਬਾਅਦ 'ਚ ਖਬਰਾਂ ਦਬ ਗਈਆਂ, ਆਈਆਂ ਨਹੀਂ ਕਿ ਉਹਨਾਂ ਨੇ ਅਫੀਸ਼ਲੀ ਜੁਆਇਨ ਕਰ ਲਈ ਹੈ ਪਾਰਟੀ ਜਾਂ ਨਹੀਂ ਕੀਤੀ। ਜੇ ਕੀਤੀ ਹੈ ਤਾਂ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ, ਕਿਹੜੀ ਜਗ੍ਹਾ ਦਿੱਤੀ ਜਾਏਗੀ, ਕੀ ਉਹ ਕਾਂਗਰਸ ਦੀ ਜਿਹੜੀ ਕੋਰ ਕਮੇਟੀ ਹਾਈ ਕਮਾਂਡ ਉਹਦੇ 'ਚ ਕੋਈ ਉਹਨਾਂ ਦਾ ਰੋਲ ਅਹੁਦਾ ਹੋਏਗਾ ਕਿ ਨਹੀਂ ਹੋਏਗਾ। ਸੋ ਪਬਲਿਕ ਲਾਈਫ ਤੇ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਤੇ ਆਉਂਦੇ ਹੋ। ਜਿੰਨਾ ਚਿਰ ਤੁਸੀਂ ਆਪਣੀ ਫਰਮ ਚਲਾ ਰਹੇ ਹੋ ਤਾਂ ਪਬਲਿਕ ਲਾਈਫ ਹੋਈ ਨਾ ਫਿਰ ਕੋਈ। ਮੈਨੂੰ ਬੇਤੁਕਾ ਜਿਹੀ ਲੱਗੀ ਗੱਲ ਹੈ, ਅਜੀਬ ਜੀ ਗੱਲ ਲੱਗੀ ਹੈ। ਦੇਖੋ, ਦੋ ਤਿੰਨ ਗੱਲਾਂ ਨੇ ਵੀ ਪ੍ਰਸ਼ਾਂਤ ਕਿਸ਼ੋਰ ਨੇ ਕਿਉਂ ਛੱਡਿਆ ਮਤਲਬ ਕੈਪਟਨ ਅਮਰਿੰਦਰ ਦਾ ਸਾਥ। ਤਾਂ ਦੋ ਤਿੰਨ ਗੱਲਾਂ ਇਹਦੇ 'ਚ ਮੈਨੂੰ ਲੱਗਦੀਆਂ। ਨੰਬਰ ਇੱਕ ਤਾਂ ਇਹ ਹੈ ਕਿ ਹਾਲੇ ਜਦੋਂ ਕਾਂਗਰਸ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਨਾਲ, ਜਾਂ ਕਹਿ ਲਓ ਵੀ ਰਾਹੁਲ ਤੇ ਪ੍ਰਿੰਕਾ ਗਾਂਧੀ ਨਾਲ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਨਹੀਂ ਸੀ ਸ਼ੁਰੂ ਹੋਇਆ, ਜਿੱਥੇ ਚਰਚਾ ਆਪਾਂ ਕੀਤੀ ਹੈ ਵੀ ਹਾਂ ਉਹ ਕਾਂਗਰਸ ਨੂੰ ਜੁਆਇਨ ਕਰਨਗੇ। ਤੇ ਇਹਦੇ 'ਚ ਰਾਹੁਲ ਗਾਂਧੀ ਨੇ ਵੀ ਆਪਣੀ ਸੀਨੀਅਰ ਲੀਡਰਸ਼ਿਪ ਦੇ ਨਾਲ ਚਰਚਾ ਕਰਕੇ ਸਹਿਮਤੀ ਲਈ ਹੋਈ ਹੈ। ਤੇ ਉਦੋਂ ਤੱਕ, ਜਦੋਂ ਤੱਕ ਉਹਨਾਂ ਦਾ ਇਹ ਸੰਵਾਦ ਹਾਲੇ ਨਹੀਂ ਸੀ ਚੱਲ ਰਿਹਾ ਪ੍ਰਸ਼ਾਂਤ ਕਿਸ਼ੋਰ ਦਾ ਰਾਹੁਲ ਗਾਂਧੀ ਨਾਲ, ਤਾਂ ਆਂਧਰਾ ਪ੍ਰਦੇਸ਼ 'ਚ ਉਹ ਸੀਗੇ ਤੇ ਉਹਨਾਂ ਨੂੰ ਪ੍ਰੈਸ ਨੇ ਪੁੱਛਿਆ ਵੀ ਤੁਸੀਂ ਚੋਣ ਰਣਨੀਤੀਕਾਰ ਹੋ ਤੇ ਪੰਜਾਬ ਬਾਰੇ ਗੱਲ ਕਰੋ। ਪੰਜਾਬ ਦੀ ਜਿਹੜੀ 2017 ਦੀ ਚੋਣ ਹੋਈ ਉਹਨੂੰ ਤੁਸੀਂ, ਕੈਪਟਨ ਅਮਰਿੰਦਰ ਦੀ ਚੋਣ ਤੁਸੀਂ ਡਿਜ਼ਾਈਨ ਕੀਤੀ, ਉਹ ਜਿੱਤੇ, ਹੁਣ ਪੰਜਾਬ ਦੀ ਕੀ ਹਾਲਤ ਹੈ। ਤੇ ਇਹ ਵੀਡੀਓ ਘੁੰਮਦੀ ਫਿਰਦੀ ਆ, ਕੋਈ ਵੀ ਦੇਖ ਸਕਦਾ ਹੈ। ਮੈਂ ਆਪਣੇ ਕੋਲ ਅਸੀਂ ਕੁਝ ਨਹੀਂ ਕਹਿ ਰਹੇ, ਮੈਂ ਉਹਨਾਂ ਦੇ ਲਫ਼ਜ਼ ਦੁਹਰਾਉਣੇ ਆ ਪ੍ਰਸ਼ਾਂਤ ਕਿਸ਼ੋਰ ਦੇ। ਉਹਨਾਂ ਨੇ ਉਸ ਵੀਡੀਓ ਦੇ ਵਿੱਚ ਉਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਵੀ ਦੇਖੋ, ਚੋਣਾਂ ਤੋਂ ਪਹਿਲਾਂ ਘਰ ਘਰ ਕੈਪਟਨ, ਘਰ ਘਰ ਕੈਪਟਨ, ਕਾਫੀ ਵਿਦ ਕੈਪਟਨ। ਚੋਣਾਂ ਤੋਂ ਪਹਿਲਾਂ ਘਰ ਘਰ ਕੈਪਟਨ, ਘਰ ਘਰ ਕੈਪਟਨ, ਕਾਫੀ ਵਿਦ ਕੈਪਟਨ, ਤੇ ਚੋਣਾਂ ਤੋਂ ਬਾਅਦ ਵੇਅਰ ਇਜ਼ ਕੈਪਟਨ। ਫਿਰ ਉਹ ਕਹਿੰਦੇ ਆ ਉਸ ਵੀਡੀਓ ਦੇ ਵਿੱਚ, ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ, ਵੀ ਇਸ ਬੰਦੇ ਨੂੰ, ਮੈਂ ਕਹਿੰਦੇ ਮੈਸੇਜ ਕੀਤਾ ਰਾਹੁਲ ਗਾਂਧੀ ਨੂੰ ਵੀ ਇਸ ਬੰਦੇ ਨੂੰ ਸਾਹਮਣੇ ਖੜਾ ਕਰੋ, ਯਾਨੀ ਕੈਪਟਨ ਅਮਰਿੰਦਰ। ਵੀ ਜਿਹੜੇ ਪ੍ਰੋਮਿਸਿਸ ਕੀਤੇ ਸੀ, ਵਾਅਦੇ ਕੀਤੇ ਸੀ, ਇਹਨੇ ਹਾਲੇ ਤੱਕ ਪੂਰੇ ਨਹੀਂ ਕੀਤੇ। ਤੇ ਜਿਹੜੇ ਲੋਕ ਨੁਕਤਾਚੀਨੀ ਕਰਦੇ ਨੇ ਜਾਂ ਜਿਹੜੀ ਕੁਝ ਹੋਰ ਭਾਸ਼ਾ ਦੇ ਵਿੱਚ ਗਾਲਾਂ ਤੱਕ ਕੱਢਦੇ ਨੇ, ਉਹ ਕੈਪਟਨ ਅਮਰਿੰਦਰ ਨੂੰ ਗਾਲਾਂ ਕੱਢਣ ਦੀ ਥਾਂ ਦੇ ਉੱਤੇ ਮੈਨੂੰ ਕੱਢਦੇ ਨੇ। ਪਰ ਗਾਲਾਂ ਸਾਨੂੰ ਖਾਣੀਆਂ ਪੈ ਰਹੀਆਂ। ਮੈਂ ਬੈਠਾ ਕਹਿੰਦੇ ਆਂਧਰਾ ਪ੍ਰਦੇਸ਼ ਦੇ ਵਿੱਚ
ਤੇ ਪੰਜਾਬੀ ਗਾਲਾਂ ਮੈਨੂੰ ਕੱਢ ਰਿਹਾ ਹੈ ਕਿ ਇਹ ਪ੍ਰਸ਼ਾਂਤ ਕਿਸ਼ੋਰ ਨੇ ਆ ਵਾਅਦੇ ਕਰਵਾਏ ਸੀ ਕੈਪਟਨ ਤੋਂ ਤੇ ਉਹ ਵਾਅਦੇ ਪੂਰੇ ਨਹੀਂ ਹੋਏ। ਨੰਬਰ 1 ਕਾਰਨ ਤਾਂ ਮੈਨੂੰ ਇਹ ਲੱਗਦਾ ਹੈ ਕਿਉਂਕਿ ਜਦੋਂ ਪਿੱਛੇ ਕੈਪਟਨ ਅਮਰਿੰਦਰ ਗਏ ਵੀ ਸੀ ਦਿੱਲੀ, ਜਦੋਂ ਹਾਈ ਕਮਾਂਡ ਦੇ ਸਾਹਮਣੇ ਪੇਸ਼ ਹੋਏ, ਉਸ ਤੋਂ ਬਾਅਦ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਮਿਲੇ ਸੀ ਤੇ ਪ੍ਰਸ਼ਾਂਤ ਕਿਸ਼ੋਰ ਨੇ ਖਬਰਾਂ ਨਿਕਲੀਆਂ ਸੀ ਉਤੋਂ ਵੀ ਉਦੋਂ ਵੀ ਕੈਪਟਨ ਅਮਰਿੰਦਰ ਨੂੰ ਕਿਹਾ ਸੀ ਵੀ ਤੁਸੀਂ ਜੋ ਕੁਝ ਕਰਨਾ ਸੀ ਉਹ ਨਹੀਂ ਕੀਤਾ ਤੇ ਮੈਂ ਹੁਣ ਤੁਹਾਡੇ ਲਈ ਕੰਮ ਕਿੱਦਾਂ ਕਰਾਂ, ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂ ਤੇ ਕਿਹੜੇ ਨਵੇਂ ਲੋਕਾਂ ਨੂੰ ਲਾਰੇ ਲਾਵਾਂ। ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਕੋਈ ਵੀ ਨਹੀਂ ਪੂਰਾ ਕੀਤਾ ਆਪਾਂ, ਹੁਣ ਮੈਂ ਕਿਹੜੇ ਮੂੰਹ ਨਾਲ ਜਾਵਾਂ। ਸ਼ਾਇਦ ਇੱਕ ਕਾਰਨ ਤਾਂ ਇਹ ਹੈ ਵੀ ਉਹ ਗਿਵ ਅਪ ਕਰ ਗਏ ਨੇ, ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕੁਝ ਕਰ ਸਕਦਾ ਤੇ ਇਸ ਕਰਕੇ ਮੈਨੂੰ ਛੁੱਟੀ ਦਿਓ, ਮੈਂ ਇਹ ਹੁਣ ਕਰਨਾ ਹੀ ਨਹੀਂ। ਚੋਣ ਰਣਨੀਤੀਕਾਰ ਦਾ ਕੰਮ ਉਹਨਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਦੌਰਾਨ ਵੀ ਕਹਿ ਦਿੱਤਾ ਸੀ, ਚੋਣਾਂ ਜਿੱਤਣ ਤੋਂ ਬਾਅਦ ਵੀ ਕਹਿ ਦਿੱਤਾ ਸੀ। ਤੇ ਹੁਣ ਇੱਕ ਤਾਂ ਕਾਰਨ ਇਹ ਹੈ। ਦੂਜਾ ਕਾਰਨ ਮੈਨੂੰ ਇਹ ਲੱਗਦਾ ਕਿ ਭਾਵੇਂ ਉਹਦੀ ਕਨਸੋ ਹਾਲੇ ਨਹੀਂ ਹੈ ਕਿ ਕਦੋਂ ਤੇ ਕਿਹੜੇ ਵੇਲੇ ਤੇ ਕਿਹੜੀ ਪੋਜੀਸ਼ਨ ਤੇ ਕਾਂਗਰਸ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਦਾ ਉਹਨਾਂ ਨੇ ਹਿੱਸਾ ਬਣਨਾ, ਇਹਦੇ ਬਾਰੇ ਹਾਲੇ ਪਤਾ ਨਹੀਂ, ਪਰ ਉਹ ਬਣਨਗੇ। ਇੱਕ ਕਾਰਨ ਇਹ ਹੋ ਸਕਦਾ ਕਿ ਮੈਂ ਹੁਣ ਕਿਸੇ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਥਾਂ ਦੇ ਉੱਤੇ ਮੈਂ ਕੰਟਰੋਲ ਕਿਉਂ ਨਾ ਕਰਾਂ ਸਾਰੀਆਂ ਚੀਜ਼ਾਂ ਨੂੰ ਰਾਹੁਲ ਗਾਂਧੀ ਰਾਹੀਂ, ਜਾਂ ਇੱਕ ਸਟ੍ਰੈਟਜੀ ਜਿਹੜੀ ਮੈਂ ਬਣਾ ਕੇ ਦੇਣੀ ਹੈ। ਇਸ ਕਰਕੇ ਮੇਰਾ ਰੁਤਬਾ ਵੱਡਾ ਹੋ ਰਿਹਾ ਤੇ ਮੈਂ ਫਿਰ ਸੁਬਾਈ ਜਿਹੜੇ ਕੰਮ ਹੈ ਉਹ ਛੱਡਦਾ ਤੇ ਟੀਮਾਂ ਉਹਨੇ ਬਣਾਈਆਂ ਹੋਈਆਂ ਉਹ ਟੀਮਾਂ ਕਰੀ ਜਾਣਗੀਆਂ ਪ੍ਰੋਫੈਸ਼ਨਲੀ। ਇੱਕ ਕਾਰਨ ਹੋਰ ਮੈਨੂੰ ਲੱਭਦਾ ਹੈ ਵੀ ਜਿਸ ਢੰਗ ਦੇ ਨਾਲ 2 ਪਾਵਰ ਸੈਂਟਰ ਬਣਾ ਦਿੱਤੇ ਕਾਂਗਰਸ ਦੇ ਪੰਜਾਬ ਦੇ ਵਿੱਚ, ਕੈਪਟਨ ਦੇ ਪੈਰਲਲ ਨਵਜੋਤ ਸਿੰਘ ਸਿੱਧੂ ਦਾ, ਭਾਵੇਂ ਨਵਜੋਤ ਸਿੰਘ ਸਿੱਧੂ ਨਾਲ ਵੀ ਕੋਈ ਬਿਹਤਰ ਸੰਬੰਧ ਨਹੀਂ ਪ੍ਰਸ਼ਾਂਤ ਕਿਸ਼ੋਰ ਦੇ, ਕਿਉਂਕਿ ਜਦੋਂ ਹਲੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਕਵਾਇਦ ਚੱਲ ਰਹੀ ਸੀ ਤੇ ਪਤਾ ਨਹੀਂ ਸੀ ਲੱਗ ਰਿਹਾ ਕੁਝ ਵੀ, ਤੇ ਨਵਜੋਤ ਸਿੰਘ ਸਿੱਧੂ ਤੱਤੇ ਠੰਡੇ ਹੋਏ ਤੇ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਦਾ ਵੀ ਜ਼ਿਕਰ ਕੀਤਾ ਕਿ ਇਹ ਬੰਦਾ ਮੇਰੇ ਕੋਲ 50 ਵਾਰੀ ਆਇਆ ਜੀ ਕਾਂਗਰਸ ਪਾਰਟੀ ਸ਼ਾਮਲ ਕਰਾਉਣ ਚ ਇਹਦਾ ਹੱਥ ਹੈ। ਤੇ ਉਦੋਂ ਲੱਗਦਾ ਸੀ ਵੀ ਇਹਨਾਂ ਦੀ ਆਪਸੀ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਹੈ। ਤੇ ਪਰ ਕੈਪਟਨ ਦੀ ਜਿਹੜੀ ਕੰਪੇਨ ਨੂੰ ਡਿਜ਼ਾਈਨ ਕਰਨਾ ਸੀ ਉਹਨੇ, ਤੇ ਸ਼ਾਇਦ ਹਾਈ ਕਮਾਨ ਤਵੱਜੋ ਜ਼ਿਆਦਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਦੇ ਰਹੀ ਹੈ। ਸ਼ਾਇਦ ਹਾਈ ਕਮਾਨ ਦਾ ਵੀ ਇਸ਼ਾਰਾ ਹੋਵੇ, ਨਵੀਂ ਸਟ੍ਰੈਟਜੀ ਹੋਵੇ ਵੀ ਤੁਸੀਂ ਕੈਪਟਨ ਤੋਂ ਪਾਸੇ ਹੋ ਜਾਓ ਤੇ ਕੈਪਟਨ ਜਿੱਦਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ 'ਚ ਕਿੱਦਾਂ ਜਾਣਾ ਕਿੱਦਾਂ ਨਹੀਂ, ਉਹਦਾ ਆਪਣੀ ਡਿਜ਼ਾਈਨਿੰਗ ਆਪ ਕਰੂਗਾ ਤੇ ਅਸੀਂ ਪ੍ਰਮੋਟ ਕਰਨਾ ਹੈ ਹੌਲੀ ਹੌਲੀ ਨਵਜੋਤ ਸਿੰਘ ਸਿੱਧੂ ਨੂੰ। ਇਸ ਕਰਕੇ ਤੁਸੀਂ ਵਾਪਸ ਆਓ। ਸ਼ਾਇਦ ਇਹ 2-3 ਕਾਰਨ ਹੋ ਸਕਦੇ ਜੀ। ਬਿਲਕੁਲ ਜਿਹੜੀ ਤੁਸੀਂ ਦੱਸੇ ਨੇ ਪੁਆਇੰਟ ਬਿਲਕੁਲ ਠੀਕ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਇੱਕ ਖਬਰ ਸੰਯੁਕਤ ਕਿਸਾਨ ਮੋਰਚੇ ਦੀ ਕਿ 15 ਅਗਸਤ ਨੂੰ ਜਿਹੜਾ ਉਹ ਕਿਸਾਨ ਮਜ਼ਦੂਰ ਆਜ਼ਾਦੀ ਦਿਵਸ ਮਨਾਇਆ ਜਾਵੇਗਾ ਤੇ ਨਾਲ ਦੀ ਨਾਲ ਇਹ ਹੈ ਕਿ ਤਿਰੰਗਾ ਯਾਤਰਾ ਦਾ ਵਿਰੋਧ ਨਾ ਕੀਤਾ ਜਾਵੇ। ਤਿਰੰਗਾ ਯਾਤਰਾ ਕੌਣ ਕੱਢ ਰਿਹਾ ਜੀ? ਕੋਈ ਵੱਖਰੇ ਕੋਈ ਕੱਢ ਰਿਹਾ, ਬੀਜੇਪੀ ਵਾਲੇ ਕੱਢ ਰਿਹਾ, ਤੇ ਮਜ਼ਦੂਰ ਕਿਸਾਨ ਆਜ਼ਾਦੀ ਦਿਵਸ ਦਾ ਕੀ ਮਤਲਬ ਕਿਹਾ ਲਿਆ ਜਾ ਸਕਦਾ ਹੈ? ਆਜ਼ਾਦੀ ਨੂੰ 15 ਅਗਸਤ ਨਾਲ ਆਪਾਂ ਜੋੜ ਕੇ ਦੇਖੀ ਤੇ ਜਾਂਦੇ ਆ, ਪਰ 15 ਅਗਸਤ ਵਾਲੀ ਆਜ਼ਾਦੀ ਤੇ ਕੁਝ ਹੋਰ ਹੀ ਲੋਕਾਂ ਦੀ ਆਜ਼ਾਦੀ ਹੈ ਲੱਗਦੀ। ਜਿਹੜੇ ਮਜ਼ਦੂਰ ਤੇ ਕਿਸਾਨ ਤੇ ਗਰੀਬ ਵਰਗ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਫੜੀ ਲਾ ਕੇ ਸਮਾਨ ਵੇਚਣ ਵਾਲੇ ਵਿਅਕਤੀ ਦੀ, ਇੱਕ ਸੜਕ ਕਿਨਾਰੇ ਬੈਠੇ ਮੋਚੀ ਦੀ, ਕੇਲਿਆਂ ਦੀ ਰੇਹੜੀ ਵਾਲੇ ਵਿਅਕਤੀ ਦੀ ਆਜ਼ਾਦੀ ਤੇ ਕਿਤੇ ਵੀ ਨਜ਼ਰ ਨਹੀਂ ਆਉਂਦੀ। ਉਹ ਤੇ ਵਿਚਾਰਾ ਆਪਣੀ ਰੋਜੀ ਰੋਟੀ 'ਚ ਹੀ ਉਲਝਿਆ ਪਿਆ। ਉਹਦੇ 'ਚ ਸਮਝਣ ਦੀ ਲੋੜ ਹੈ ਜੀ। ਜਿੱਦਾਂ ਅਸੀਂ ਹੁਣ 1 ਮਈ ਮਜ਼ਦੂਰ ਦਿਹਾੜਾ ਮਨਾ ਲੈਂਦੇ ਆ, ਅਸੀਂ ਕੋਈ ਦਿਨ ਤੈਅ ਕਰ ਲਏ ਆ, ਹਰ ਦਿਹਾੜਾ ਹੀ ਮਜ਼ਦੂਰ ਦਾ ਹੁੰਦਾ, ਪਰ 1 ਮਈ ਨੂੰ ਮਨਾਉਂਦੇ ਆ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਵੀ ਮਜ਼ਦੂਰ ਮੁਕਤੀ ਦਾ ਦਿਹਾੜਾ ਹੈ ਤੇ ਮੁਕਤੀ ਹਾਲੇ ਵੀ ਨਹੀਂ ਹੋਈ, ਇਸ ਕਰਕੇ ਸਾਨੂੰ ਇਹ ਦਿਹਾੜੇ ਮਨਾਉਣ ਦੀ ਜ਼ਰੂਰਤ ਹੈ। ਜਿਵੇਂ 8 ਮਾਰਚ ਨੂੰ ਅਸੀਂ ਕੌਮਾਂਤਰੀ ਇਸਤਰੀ ਦਿਵਸ ਮਨਾ ਲੈਂਦੇ ਹਾਂ, ਪਰ ਕੀ ਇਸਤਰੀ ਆਜ਼ਾਦ ਹੈ ਜਾਂ ਇਸਤਰੀ ਨੂੰ ਉਹ ਹੱਕ ਹਕੂਕ ਹਾਸਲ ਨੇ ਜਿਹਦੀ ਉਹ ਕੁਦਰਤ ਦੇ ਤੌਰ ਦੇ ਉੱਤੇ, ਜਿਹਨੂੰ ਨੇਚਰ ਨੇ ਉਹ ਆਜ਼ਾਦੀ ਦਿੱਤੀ ਹੋਈ ਹੈ, ਕੁਦਰਤੀ ਆਜ਼ਾਦੀ ਵੀ ਅਸੀਂ ਔਰਤ ਨੂੰ ਖੋਹੀ ਹੈ। ਉਹ ਅਸੀਂ ਯਾਦ ਕਰਦੇ ਉਹਨਾਂ ਗੱਲਾਂ ਨੂੰ ਵੀ ਹਾਂ ਇਹ ਲੜਾਈ ਹਲੇ ਲੰਮੀ ਹੈ। ਇਹਦੇ 15 ਅਗਸਤ ਦੀ ਆਜ਼ਾਦੀ ਜਿਹੜੀ ਹੈ ਉਹ ਠੀਕ ਹੈ, ਦੇਸ਼ ਦੀ ਆਜ਼ਾਦੀ ਇੱਕ ਹੈ, ਉਹ ਮਨਾਉਂਦੇ ਆ, ਪਰ ਮਜ਼ਦੂਰ ਕਿਸਾਨ ਦਿਹਾੜਾ ਮਨਾਉਣ ਦਾ ਮਤਲਬ ਹੈ ਕਿ ਮਜ਼ਦੂਰ ਤੇ ਕਿਸਾਨ ਦੀ ਆਜ਼ਾਦੀ ਹਲੇ ਆਉਣੀ ਹੈ। ਇਹਨੂੰ ਇੱਕ ਪ੍ਰਤੀਕ ਦੇ ਤੌਰ ਤੇ, ਇੱਕ ਸਿੰਬਲ ਦੇ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਮਨਾਉਣਾ ਚਾਹੁੰਦਾ ਹੈ। ਸਾਰੇ ਦੇਸ਼ 'ਚ ਇਸ ਬਹਾਨੇ ਦੇ ਨਾਲ ਇੱਕ ਐਕਟੀਵਿਟੀ ਬਣੇਗੀ। ਮਤਲਬ ਕਿਸਾਨ ਮਜ਼ਦੂਰ ਦਿਹਾੜੇ ਮਨਾਉਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਜ਼ਾਦ ਹੋ ਗਏ ਹਾਂ। ਉਹਦਾ ਮਤਲਬ ਇਹ ਹੈ ਕਿ ਸਾਰੇ ਮੁਲਕ 'ਚ ਇੱਕ ਐਕਟੀਵਿਟੀ ਪੈਦਾ ਕਰਨੀ ਹੈ, ਇੱਕ ਸਰਗਰਮੀ ਪੈਦਾ ਕਰਨੀ ਹੈ ਤੇ ਇਹੀ ਗੱਲਾਂ ਕਰਨੀਆਂ ਵੀ ਭਾਈ ਸਾਡੀ ਆਜ਼ਾਦੀ ਹੈ ਕਿੱਥੇ, ਦੇਸ਼ ਆਜ਼ਾਦ ਹੋ ਗਿਆ, ਸਾਡੀ ਆਜ਼ਾਦੀ ਕਿੱਥੇ। ਗੱਲਾਂ ਤਾਂ ਇਹੀ ਹੋਣੀਆਂ ਭਾਸ਼ਣਾਂ ਦੇ ਵਿੱਚ ਜਾਂ ਬਾਕੀ ਜੋ ਕੁਝ ਵੀ ਹੋਣਾ। ਤੇ ਇੱਕ ਤੀਆਂ ਵੀ ਮਨਾਉਣੀਆਂ ਜੀ, 10 ਤਰੀਕ ਨੂੰ ਤੀਆਂ,
ਜਿੱਥੇ ਜਿੱਥੇ ਵੀ ਕਿਸਾਨ ਬੀਬੀਆਂ ਸਾਡੇ ਸਾਰੇ ਦੋਸਤ ਬੈਠੇ ਹੋਣਗੇ, ਹਰ ਥਾਂ ਤੇ ਤੀਆਂ ਮਨਾਈਆਂ ਜਾਣਗੀਆਂ। ਇੱਕ ਸੰਘਰਸ਼ ਦੇ ਪਿੜ ਦੇ ਵਿੱਚ ਕਿਸੇ ਤਿਉਹਾਰ ਨੂੰ ਮਨਾਉਣ ਦਾ ਇੱਕ ਵੱਖਰਾ ਹੀ ਜਲਾਅ ਹੁੰਦਾ ਹੈ। ਉਹ ਜਲਾਅ ਅਸੀਂ ਪਿੱਛੇ ਜਦੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ, ਤਾਂ ਅਸੀਂ ਵਿਸਾਖੀ ਤੇ ਵੀ ਦੇਖਿਆ, ਅਸੀਂ ਦੀਵਾਲੀ ਤੇ ਵੀ ਦੇਖਿਆ, ਬਾਕੀ ਹਰ ਤਿਉਹਾਰ ਤੇ ਦੇਖਿਆ, ਤੇ ਹੁਣ ਤੀਆਂ ਤੇ ਵੀ ਦੇਖਾਂਗੇ। ਤੇ ਅਗਲੀ ਗੱਲ ਸ਼ਾਇਦ ਤੁਸੀਂ ਹੋਰ ਪੁੱਛੀ ਆ, ਮੇਰੇ ਮਾਈਂਡ ਚੋਂ ਸਲਿਪ ਕਰ ਗਈ ਆ। ਸੋ ਅਲਟੀਮੇਟਲੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੇ, ਇਹਨਾਂ ਸੱਦਿਆਂ ਨੂੰ ਲਾਜ਼ਮੀ ਤੌਰ ਦੇ ਉੱਤੇ ਬਹੁਤ ਬਿਹਤਰ ਤਰੀਕੇ ਦੇ ਨਾਲ ਸਾਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਏਗਾ। ਲੜਾਈ ਚੱਲ ਰਹੀ ਹੈ, ਤੇ ਚੱਲਦੀ ਹੋਈ ਲੜਾਈ ਦੇ ਵਿੱਚ ਵੱਖ-ਵੱਖ ਦਿਹਾੜੇ ਜਿਹੜੇ ਏਦਾਂ ਮਨਾ ਕੇ ਆਪਣੀ ਲੜਾਈ ਨੂੰ ਹੋਰ ਤਿੱਖਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਦਸਾਂਝ ਸਾਹਿਬ, ਆਖਰੀ ਖਬਰ ਆਪਾਂ ਕਰ ਲਈਏ। ਨਵਜੋਤ ਸਿੱਧੂ ਹੋਰਾਂ ਦੀ ਖਬਰ ਹੈ, ਕੱਲ ਤੱਕ ਤੇ ਖਬਰਾਂ ਆ ਰਹੀਆਂ ਸੀ ਕਿ ਉਹ ਸਰਕਾਰ ਨੂੰ ਕਹਿ ਰਹੇ ਸੀਗੇ ਕਿ ਆਪਾਂ ਕਾਨੂੰਨ ਰੱਦ ਕਰ ਦਿੱਤੇ ਜਾਣ, ਜਾਂ ਉਹਨਾਂ ਨੂੰ ਕਹਿ ਰਹੇ ਸੀਗੇ ਅਜੇ ਪ੍ਰਧਾਨ, ਤੇ ਹੁਣ ਉਹਨਾਂ ਨੇ ਸਪਸ਼ਟ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਹੋਣ ਵਾਲਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਉਹਦੇ ਵਿੱਚ ਅਸੀਂ ਕਾਨੂੰਨ ਰੱਦ ਕਰ ਦੇਵਾਂਗੇ, ਪੰਜਾਬ ਬਣਾਏਗਾ ਆਪਣੇ ਕਾਨੂੰਨ। ਪਹਿਲਾਂ ਤਾਂ ਉਹ ਸੀਐਮ ਸਾਹਿਬ ਨੂੰ ਕਹਿ ਰਹੇ ਸੀ ਕਿ ਇਦਾਂ ਕਰ ਦਿਓ, ਪਰ ਹੁਣ ਐਂ ਲੱਗਦਾ ਕਿ ਜਿੱਦਾਂ ਸਮੁੱਚੀ ਪਾਵਰ ਉਹਨਾਂ ਦੇ ਹੱਥ 'ਚ, ਤੇ ਉਹਨਾਂ ਨੇ ਬਿਆਨ ਵੀ ਦਿੱਤਾ ਕਿ ਜਿਹੜਾ ਮੌਜੂਦ ਹੋਣ ਵਾਲਾ ਆਏਗਾ ਵਿਧਾਨ ਸਭਾ ਦਾ ਸੈਸ਼ਨ, ਉਹ 'ਚ ਅਸੀਂ ਇਦਾਂ ਕਰ ਰਹੇ ਹਾਂ। ਸੋ ਕੀ ਜਿਹੜੀਆਂ ਐਗਜ਼ੈਕਟਿਵ ਦੀਆਂ ਪਾਵਰਾਂ ਨੇ ਉਹ ਵੀ ਪ੍ਰਧਾਨ ਕੋਲ ਆ ਗਈਆਂ ਨੇ ਕਿ ਉਹ ਮਤਲਬ ਆਪਣੀ ਮਰਜ਼ੀ ਨਾਲ ਪਹਿਲਾਂ ਐਲਾਨ ਕਰ ਦੇਣਗੇ ਕਿ ਸੀਐਮ ਸਾਹਿਬ ਨੇ ਕੁਝ ਨਹੀਂ ਕਿਹਾ ਤੇ ਪ੍ਰਧਾਨ ਹੀ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਰੱਦ ਕਰਨ ਜਾ ਰਹੇ ਹਾਂ? ਦੇਖੋ, ਨਵਜੋਤ ਸਿੱਧੂ ਨੇ ਪਿੱਛੇ 2 ਦਿਨ ਪਹਿਲਾਂ ਕੁਝ ਏਦਾਂ ਦੀ ਗੱਲ ਕਹੀ ਸੀ ਵੀ ਹਾਂ ਫਲਾਨੀਆਂ ਚੀਜ਼ਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ, ਦਲਿਤ ਵਿਧਾਇਕਾਂ ਨੂੰ ਮਿਲ ਕੇ ਇਹਨਾਂ ਮਸਲਿਆਂ ਦੇ ਉੱਤੇ ਗੱਲ ਜਿਹੜੀ ਆ ਉਹ ਹੋ ਗਈ ਹੈ, ਤੇ ਹੋਏਗੀ ਵੀ। ਸੀਐਮ ਦੇ ਕੋਲੇ ਸਾਰੀਆਂ ਚੀਜ਼ਾਂ ਰੱਖੀਆਂ ਜਾਣਗੀਆਂ, ਮੁੱਖ ਮੰਤਰੀ ਕੋਲ ਰੱਖੀਆਂ ਜਾਣਗੀਆਂ, ਮਸਲੇ ਹੱਲ ਹੋਣਗੇ। ਹੁਣ ਉਹਨਾਂ ਨੇ ਬਿਲਕੁਲ ਕਲੀਅਰ ਕੱਟ ਕਹਿ ਦਿੱਤਾ ਕਿ ਹਾਂ ਅਸੀਂ ਜਿਹੜਾ ਖੇਤੀ ਕਾਨੂੰਨ ਜਿਹੜੇ ਆ ਇਹ 'ਚ ਸੋਧ ਦਾ ਮਤਲਬ ਹੀ ਕੋਈ ਨਹੀਂ। ਪੰਜਾਬ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗੀ ਤੇ ਪੰਜਾਬ ਆਪਣਾ ਕਾਨੂੰਨ ਬਣਾਏਗਾ, ਉਹਨਾਂ ਨੇ ਕਹਿ ਦਿੱਤਾ। ਤੇ ਨਾਲ ਐਤਕੀ ਤਾਂ ਨਹੀਂ ਕਿਹਾ, ਪਿਛਲੀ ਵਾਰੀ ਕਿਹਾ ਸੀ ਜਿਵੇਂ ਪਾਣੀ ਦੇ ਸਮਝੌਤੇ ਰੱਦ ਕੀਤੇ ਗਏ ਸੀ ਉਦਾਂ ਹੀ ਕਰਾਂਗੇ। ਹੁਣ ਇਹਦੇ 'ਚ ਸਹਿਮਤੀ ਹੈ ਕੈਪਟਨ ਅਮਰਿੰਦਰ ਦੀ ਲਈ ਗਈ ਹੈ ਕਿ ਨਹੀਂ, ਕਿ ਇਹ ਸ਼ਡਿਊਲ ਜਿਹੜਾ ਇਸ ਕਿਸਮ ਦਾ ਪੰਜਾਬ ਵਿਧਾਨ ਸਭਾ ਦਾ ਬਣਾਇਆ ਜਾ ਰਿਹਾ, ਇਹ ਤਾਂ ਹੁਣ ਸੀਐਮਓ ਦੱਸ ਸਕਦੇ ਆ। ਸੀਐਮਓ ਦੱਸ ਸਕਦਾ ਵੀ ਹਾਂ ਵੀ ਕੀ ਹੋਇਆ ਕੀ ਨਹੀਂ। ਪਰ ਮੈਨੂੰ ਲੱਗਦਾ ਕਿ ਇੱਕ ਸ਼ਾਇਦ ਜਿੱਦਾਂ ਚਾਣਕਿਆ ਨੀਤੀ ਹੁੰਦੀ ਹੈ ਵੀ ਇੱਕ ਗੋਤੀ ਸੁੱਟ ਦਿੱਤੀ ਗਈ ਹੈ ਵੀ ਦੇਖੋ, ਇਹ ਲੱਗਦਾ ਕਿ ਪੰਜਾਬ ਸਰਕਾਰ ਕਰੇਗੀ ਐਜ਼ ਏ ਪ੍ਰੈਜ਼ੀਡੈਂਟ ਉਹ ਕਹਿ ਰਿਹਾ, ਯਾਨੀ ਉਹ ਗੋਤੀ ਜਾਂ ਉਹ ਚਾਲ ਦੇ ਵਿੱਚ ਆਪਣੀ 'ਚ ਕਿਤੇ ਨਾ ਕਿਤੇ ਫਸਾਉਣਾ ਚਾਹੁੰਦੇ ਕੈਪਟਨ ਅਮਰਿੰਦਰ ਨੂੰ, ਵੀ ਕੱਲ ਜੇ ਕੈਪਟਨ ਅਮਰਿੰਦਰ ਨਹੀਂ ਕਰਦੇ ਤਾਂ ਲੋਕ ਉਹਨਾਂ ਦੇ ਗਲ ਹੀ ਪੈਣ। ਮੈਂ ਤਾਂ ਕਿਹਾ ਸੀ ਸਾਰਾ ਕੁਝ, ਇਹ ਜਿਹੜਾ ਮੈਂ ਅੱਗੇ ਇੱਕ ਦਿਨ ਕਿਹਾ ਸੀ ਕਿ ਅਸਲ 'ਚ ਨਾਕਾਮੀਆਂ ਜਿਹੜੀਆਂ ਨੇ ਸਰਕਾਰ ਦੀਆਂ, ਉਹਨਾਂ ਨਾਕਾਮੀਆਂ ਨੂੰ ਹੁਣ ਕਿੱਦਾਂ ਲੈ ਕੇ ਜਾਣਗੇ ਕੈਪਟਨ ਅਮਰਿੰਦਰ, ਪੰਜਾਬ ਦੇ ਲੋਕਾਂ ਦੇ ਕੋਲ ਜਵਾਬ ਨਹੀਂ ਹੈ ਕੋਈ। ਤੇ ਫਿਰ ਕਾਂਗਰਸ ਨੂੰ ਰਿਪੀਟ ਕਰਵਾਉਣਾ ਹੈ, ਤੇ ਫਿਰ ਇੱਕ ਨਵਾਂ ਚਿਹਰਾ ਜਿਹੜਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਹੈ ਵੀ ਜੇ ਕੈਪਟਨ ਨੇ ਕੀਤਾ, ਹੁਣ ਨਵਜੋਤ ਸਿੰਘ ਸਿੱਧੂ ਕਰੂਗਾ। ਜਿੱਦਾਂ ਮੈਂ ਕਿਹਾ ਸੀ ਵੀ ਇਹ ਕਾਂਗਰਸ ਪਾਰਟੀ ਦਾ ਨਵਾਂ ਜਾਲ ਹੈ ਨਵਜੋਤ ਸਿੰਘ ਸਿੱਧੂ, ਪਤਾ ਨਹੀਂ ਹੋਰ ਕੀ ਕੁਝ ਥੱਲੇ ਖਿਚੜੀ ਜਿਹੜੀ ਪੱਕਦੀ ਹੋਏਗੀ। ਕੈਪਟਨ ਅਮਰਿੰਦਰ ਦੀਆਂ ਮੁਸ਼ਕਲਾਂ ਇਹਦੇ ਨਾਲ ਵਧੀਆਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਦਸਾਂਝ ਸਾਹਿਬ, ਸਮਾਂ ਹੋ ਗਿਆ ਤੇ ਕੱਲ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਮਿਲਦੇ ਹਾਂ। ਬਹੁਤ ਸ਼ੁਕਰੀਆ, ਕਾਫੀ ਸਾਰੀਆਂ ਖਬਰਾਂ ਦੇ ਉੱਤੇ ਤੁਸੀਂ ਸਾਨੂੰ ਵਿਸਥਾਰ ਵਿੱਚ ਦੱਸਿਆ। ਧੰਨਵਾਦ ਜੀ ਤੁਹਾਡਾ। ਮਿਹਰਬਾਨੀ।